ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ਼੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ਼੍ਰੀ ਗੁਰ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰ ਧਾਰ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਚਾਰਹੁ ਸਿੱਖਣ ਸ਼ੁਭ ਗਤ ਪਾਈ। ਸ਼੍ਰੀ ਅਰਜਨ ਜੀ ਭਏ ਸਹਾਈ। ਫਿਰਨਾ ਬਹਿਲ ਨਾਮ ਇੱਕ ਚੰਗਾ। ਤ੍ਰਿਤੀਯੋ ਜੇਠਾ ਮਿਲ ਕਰ ਸੰਗਾ। ਚਾਰਹੁ ਸਿੱਖਣ ਸ਼ੁਭ ਗਤ ਪਾਈ। ਸ਼੍ਰੀ ਅਰਜਨ ਜੀ ਭਏ ਸਹਾਈ। ਫਿਰਨਾ ਬਹਿਲ ਨਾਮ ਇੱਕ ਚੰਗਾ। ਤ੍ਰਿਤੀਯੋ ਜੇਠਾ ਮਿਲ ਕਰ ਸੰਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਦਇਆ ਮਿਹਰਾਮਤਾਂ ਦਾ ਸਾਗਰ 10 ਪਾਤਸ਼ਾਹੀਓਂ ਜੀ ਦੇ ਪਾਵਨ ਪਵਿੱਤਰ ਸਰੂਪ ਜਗ ਦਾਤੇ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀਆਂ ਦੇ ਸੰਧਿਆ ਸਮੇਂ ਦੇ ਸਜ ਰਹੇ ਪਾਵਨ ਪਵਿੱਤਰ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਆਪਾਂ ਆਪਣਿਆਂ ਨੇਤਰਾਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਦੀ ਮਹਾਨ ਦਇਆ ਕਿਰਪਾ ਦੇ ਸਦਕਾ ਨਿਤਾ ਪ੍ਰਤੀ ਸਾਧ ਸੰਗਤ ਦੀਆਂ ਘੜੀਆਂ ਦਾ ਆਨੰਦ ਔਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਜੀਵਨ ਦੀ ਅੰਮ੍ਰਿਤ ਰੂਪ ਗਾਥਾ ਆਪਾਂ ਸ਼ਰਵਣ ਕਰਦੇ ਹਾਂ। ਖਾਲਸਾ ਜੀ, ਜੈਸਾ ਪ੍ਰਸੰਗ ਆਪਾਂ ਕੱਲ੍ਹ ਦੀਵਾਨ ਵਿੱਚ ਸ਼ਰਵਣ ਕੀਤਾ, ਜਿਸ ਵਿੱਚ ਕਵੀ ਰਾਜ ਕਵੀ ਸੰਤੋਖ ਸਿੰਘ ਸਾਹਿਬ ਜੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਦੀ ਮਹਾਨ ਮਹਿਮਾ ਦਾ ਵਰਣਨ ਕੀਤਾ ਕਿ ਗਰੀਬ ਨਵਾਜ ਕਿੰਨੇ ਦਿਆਲੂ ਹੈ, ਕਿੰਨੀ ਮਿਹਰ ਕਰਦੇ ਆ ਸਿੱਖਾਂ 'ਤੇ। ਸਿੱਖਾਂ ਦੇ ਮਨ ਦੇ ਸਾਰੇ ਸ਼ੰਕੇ ਮਹਾਰਾਜ ਨਿਵਰਤ ਕਰ ਰਹੇ ਆ। ਇਹ ਉਹੀ ਸ਼ੰਕੇ ਖਾਲਸਾ ਜੀ ਜਿਹੜੇ ਅੱਜ ਸਾਡੇ ਮਨਾਂ ਵਿੱਚ ਵੀ ਹੈ। ਪਰ ਗੱਲ ਇਹ ਹੈ ਵੀ ਅਸੀਂ ਨਾ ਇਤਿਹਾਸ ਪੜ੍ਹਦੇ ਹਾਂ, ਨਾ ਕਦੇ ਇਤਿਹਾਸ ਦੀ ਕਥਾ ਸੁਣੀਏ ਕਿ ਸਾਨੂੰ ਪਤਾ ਲੱਗ ਸਕੇ ਵੀ ਜਿਹੜੀ ਗੁਰੂ ਕੀ ਬਾਣੀ ਹੈ ਉਹ ਅਧਿਕਾਰੀਆਂ 'ਤੇ ਉਚਾਰੀ ਹੋਈ ਹੈ। ਜਿਹੋ ਜਿਹਾ ਅਧਿਕਾਰੀ ਮਹਾਰਾਜ ਵੇਖਦੇ ਉਹੋ ਜਿਹੀ ਔਸ਼ਧੀ ਰੂਪ ਏ ਗੁਰਬਾਣੀ ਸ਼ਬਦ ਦੀ ਬਖਸ਼ਿਸ਼ ਕਰਦੇ ਰਹੇ ਹੈ। ਪਰ ਅੱਜ ਸਾਡੇ ਮਨ ਵਿੱਚ ਅਕਸਰ ਇਹ ਸ਼ੰਕੇ ਪੈਂਦੇ ਵੀ ਇੱਥੇ ਤਾਂ ਗੁਰਬਾਣੀ ਇੱਦਾਂ ਕਹਿੰਦੀ ਹੈ ਅਤੇ ਇੱਥੇ ਗੁਰਬਾਣੀ ਉਸੇ ਜਿਹੜੀ ਗੱਲ ਦਾ ਖੰਡਨ ਹੋਇਆ ਉਸੇ ਦੇ ਮੰਡਨ ਹੋ ਰਿਹਾ ਵੀ ਇਹ ਤਾਂ ਉਲਟ ਜਿਹੜਾ ਹੈ ਇੱਕ ਦੂਜੇ ਦੇ ਇੱਕ ਪੰਕਤੀ ਦੂਜੀ ਪੰਕਤੀ ਦਾ ਖੰਡਨ ਕਰ ਰਹੀ ਹੈ, ਐਂ ਪ੍ਰਤੀਤ ਹੁੰਦਾ। ਪਰ ਵਾਸਤਵ ਵਿੱਚ ਐਸਾ ਹੈ ਨਹੀਂ, ਕਿਉਂਕਿ ਆਪਾਂ ਸੁਣ ਹੀ ਲਿਆ ਕੱਲ੍ਹ ਵੀ ਜਿਵੇਂ ਉਹ ਨਾਊ ਅਤੇ ਜੱਟੂ ਭੀਵਾ ਮੂਲਾ ਆਦਿਕ ਜਿਹੜੇ ਗੁਰਮੁਖ ਪਿਆਰੇ ਸਨਗੇ, ਉਹਨਾਂ ਹਜ਼ੂਰ ਦੇ ਚਰਨਾਂ 'ਚ ਬੇਨਤੀ ਕੀਤੀ ਵੀ ਮਹਾਰਾਜ ਇੱਕ ਇਹ ਮਨ ਵਿੱਚ ਸ਼ੰਕਾ ਹੈ ਪਾਤਸ਼ਾਹ ਜੀ ਕਿ ਸਤਿਗੁਰੂ ਜੀਓ ਇਹ ਆਪ ਦਇਆ ਕਰੋ ਵੀ ਗੁਰਬਾਣੀ ਜਿਹੜੀ ਹੈ ਉਹ ਅਧਿਕਾਰੀਆਂ 'ਤੇ ਉਚਾਰੀ ਹੈ ਅਤੇ ਮਹਾਰਾਜ ਅਸੀਂ ਕਿਸ ਦੇ ਅਧਿਕਾਰੀ ਹਾਂ ਵੀ ਸਾਨੂੰ ਕਿਹੜੀ ਆਪਦੇ ਆਪ ਨੂੰ ਸਾਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਕਾਮੀ ਹਾਂ, ਅਸੀਂ ਕ੍ਰੋਧੀ ਹਾਂ, ਲੋਭੀ ਲਾਲਚੀ ਵੀ, ਅਤੇ ਸਾਡੇ 'ਤੇ ਕਿਹੜਾ ਸ਼ਬਦ ਹੈ। ਤਾਂ ਮਹਾਰਾਜ ਜੀ ਆਖਿਆ ਕਿ ਉਹਨਾਂ ਪੁੱਛਿਆ ਸੀ ਮਹਾਰਾਜ ਵੀ ਭਗਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਕਰੀਏ, ਸ਼ੁਭ ਕਰਮਾਂ ਵਾਲੇ ਪਾਸੇ ਆਪਣੇ ਆਪ ਨੂੰ ਲਾਈਏ। ਤਾਂ ਮਹਾਰਾਜ ਸਤਿਗੁਰਾਂ ਨੇ ਦੱਸਿਆ ਵੀ ਕਰਮ, ਉਪਾਸਨਾ ਅਤੇ ਗਿਆਨ ਇਹ ਤਿੰਨ ਵੱਖੋ ਵੱਖਰੇ ਹੈ। ਕਰਮ ਦਾ ਅਧਿਕਾਰੀ ਉਹ ਹੈ ਜਿਹਦੇ ਮਨ ਵਿੱਚ ਫੁਰਨੇ ਆਉਣ, ਅਤੇ ਭੈੜੇ ਫੁਰਨੇ ਵੀ ਆਉਂਦੇ ਹੈ, ਚੰਗੇ ਫੁਰਨੇ ਵੀ ਆਉਂਦੇ ਹੈ,
ਤੇ ਮੱਲੋ ਮਨ ਜਿਹੜਾ ਉਹ ਕਰਦਾ ਤਾਂ ਹੈ ਸ਼ੁਭ ਕਰਮਾਂ ਨੂੰ, ਪਰ ਮਨ ਵਿੱਚ ਫਿਰ ਵੀ ਬੁਰੇ ਫੁਰਨੇ ਜਿਹੜੇ ਆਉਣੋਂ ਨਹੀਂ ਹਟਦੇ। ਉਹ ਜਾਣੇ ਵੀ ਮੈਂ ਸ਼ੁਭ ਕਰਮਾਂ ਦਾ ਅਧਿਕਾਰੀ ਹਾਂ, ਵੀ ਮੈਨੂੰ ਹੱਥੀਂ ਸੇਵਾ ਕਰਨੀ ਚਾਹੀਦੀ ਹੈ ਸੰਗਤ ਦੀ। ਫਿਰ ਮਹਾਰਾਜ ਜੀ ਆਖਿਆ ਵੀ ਅੱਗੇ ਜਿਹੜੇ ਮਨ ਵਿੱਚ ਕੋਈ ਸ਼੍ਰੇਸ਼ਟ ਵਿਚਾਰ ਪੈਦਾ ਹੁੰਦੀ ਹੈ ਤੇ ਮਨ ਗੁਰਬਾਣੀ ਪੜ੍ਹਨ ਨੂੰ ਕਰੇ, ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਕਰੇ, ਸੰਗਤ ਕਰਨ ਨੂੰ ਕਰੇ, ਜਾਣ ਲੈਣਾ ਚਾਹੀਦਾ ਹੈ ਵੀ ਸਾਡਾ ਮਨ ਹੁਣ ਉਪਾਸ਼ਨਾ ਦਾ ਅਧਿਕਾਰੀ ਹੈ। ਤੇ ਜੇ ਬਾਣੀ ਪੜ੍ਹਨ ਨੂੰ ਮਨ ਕਰਦਾ, ਸੁਣਨ ਨੂੰ ਨਾਲ ਅਰਥ ਵਿਚਾਰਦਾ ਹੈ ਜਿਹੜਾ, ਤੇ ਮਨ ਦੇ ਜਿਹੜੇ ਅਸ਼ੁਭ ਚਾਲ ਹੈ, ਗਤੀ ਹੈ, ਉਹ ਮਰਦੀ ਜਾਂਦੀ ਹੈ, ਖੋਟੇ ਕਰਮ ਨਾਸ਼ ਹੁੰਦੇ ਜਾਂਦੇ ਹੈ, ਤੇ ਗੁਰੂ ਕੇ ਸ਼ਬਦ ਕੀਰਤਨ ਗੁਰਬਾਣੀ ਕਥਾ ਦੇ ਨਾਲ ਪ੍ਰੇਮ ਪੈਂਦਾ ਜਾਂਦਾ ਹੈ। ਤੇ ਸੰਸਾਰ ਦੇ ਜਿੰਨੇ ਸੁੱਖ ਉਹਨਾਂ ਨੂੰ ਦੁੱਖ ਰੂਪ ਜਾਣ ਕੇ ਜਿਹੜਾ ਤਿਆਗ ਦਿੰਦਾ, ਸਭ ਕਾਰ ਵਿਹਾਰ ਜਿਹਦੇ ਮਨ ਵਿੱਚ ਫਿੱਕੇ ਲੱਗਣ ਲੱਗ ਜਾਂਦੇ ਆ, ਉਹ ਜਾਣੇ ਵੀ ਉਹ ਗਿਆਨ ਦਾ ਅਧਿਕਾਰੀ ਹੈ। ਤੋ ਇਸ ਤਰ੍ਹਾਂ ਮਹਾਰਾਜ ਨੇ ਸਮੱਤ ਬਖਸ਼ੀ ਵੀ ਹੁਣ ਤੁਸੀਂ ਦੱਸੋ, ਆਪਦੇ ਮਨ ਦੇ ਵਿੱਚ ਵੇਖ ਲਓ ਟੋਲ ਕੇ ਵੀ ਅਸੀਂ ਕਰਮ ਦੇ ਅਧਿਕਾਰੀ ਹਾਂ, ਉਪਾਸ਼ਨਾ ਦੇ ਕਿ ਗਿਆਨ ਦੇ। ਅੱਗੇ ਕੁਝ ਸ਼ੰਕਾ ਕੀਤਾ ਸਿੱਖਾਂ ਨੇ। ਭਾਈ ਮੂਲਾ ਜੀ, ਚਤੁਰਦਾਸ ਜੀ ਇੱਕ ਕਪੂਰ ਜਾਤੀ ਦੇ ਸਨ, ਹਾੜੂ ਗਾੜੂ ਆਦਿਕ ਸਿੱਖ ਜਿਹੜੇ ਹੈ, ਇਹਨਾਂ ਮਹਾਰਾਜ ਨੂੰ ਬੇਨਤੀ ਕੀਤੀ, ਪਾਤਸ਼ਾਹ ਵੀ ਅਸੀਂ ਅੰਮ੍ਰਿਤ ਵੇਲੇ ਸਿਮਰਨ ਵੀ ਕਰਦੇ ਹਾਂ ਮਨ ਕਰਕੇ, ਇਸ਼ਨਾਨ ਪਾਣੀ ਕਰਕੇ, ਪਰ ਅਸੀਂ ਨਾ ਗੁਰਬਾਣੀ ਪੜ੍ਹਦਿਆਂ ਵਿਚਾਰਦਿਆਂ ਇੱਕ ਸਲੋਕ ਵੇਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਦਾ, ਜਿਹਦੇ ਵਿੱਚ ਲਿਖਿਆ ਵੀ ਦਾਤੀ ਸਾਹਿਬ ਸੰਧੀਆ ਕਿਆ ਚੱਲੈ ਤਿਸ ਨਾਲ, ਇੱਕ ਜਾਗਾਂ ਦੇ ਨਾਲ ਹਨ ਇੱਕ ਸੁੱਤਿਆਂ ਦੇ ਉਠਾਲ। ਵੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵੀ ਸਾਰੀਆਂ ਦਾਤਾਂ ਪਰਮੇਸ਼ਰ ਦੇ ਵੱਸ ਹਨ, ਉਹਦੇ ਨਾਲ ਕੋਈ ਜ਼ੋਰ ਨਹੀਂ ਚੱਲ ਸਕਦਾ ਵੀ ਉੱਦਮ ਕਰਕੇ ਲੈ ਲਈਏ, ਤੇ ਜਿਹਨੂੰ ਦੇਣਾ ਉਹਨੂੰ ਦੇ ਦੇਣਾ, ਸੁੱਤਿਆਂ ਦੇ ਉਠਾਲ, ਸੁੱਤੇ ਨੂੰ ਉਠਾ ਕੇ ਦੇ ਦਿੰਦਾ। ਜਿਹਨੂੰ ਕੋਈ ਦਾਤ ਨਹੀਂ ਦੇਣੀ ਉਹ ਇੱਕ ਜਾਗਣ ਦੇ ਨਾਲ ਹਨ, ਉਹ ਜਾਗਦੇ ਵੀ ਪ੍ਰਾਪਤ ਨਹੀਂ ਕਰ ਸਕਦੇ। ਇਹਦਾ ਮਤਲਬ ਮਹਾਰਾਜ ਵੀ ਅੰਮ੍ਰਿਤ ਵੇਲਾ ਉੱਠਣ ਦਾ, ਉੱਦਮ ਕਰਨ ਦਾ, ਗੁਰਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ, ਵੀ ਜੋ ਮਿਲਣਾ ਉਹ ਪਰਮੇਸ਼ਰ ਨੇ ਆਪਦੀ ਮਰਜ਼ੀ ਨਾਲ ਹੀ ਦੇਣਾ। ਸਤਿਗੁਰਾਂ ਫਿਰ ਦੱਸਿਆ ਸੀ ਕਿ ਭਾਈ ਨਹੀਂ, ਤੁਹਾਨੂੰ ਅੱਗੇ ਵੀ ਦੱਸਿਆ ਵੀ ਪਾਤਸ਼ਾਹ ਨੇ ਸਾਰੀ ਗੁਰਬਾਣੀ ਅਧਿਕਾਰੀਆਂ 'ਤੇ ਉਚਾਰੀ ਹੈ, ਜਿਸ ਕਰਕੇ ਜਾਣੀਏ ਵੀ ਇਹ ਸ਼ਬਦ ਜਿਹੜੇ ਮਹਾਰਾਜ ਨੇ ਉਹਨਾਂ ਨੂੰ ਆਖੇ ਜਿਵੇਂ ਕੋਈ ਬਹੁਤ ਵਿਦਵਾਨ ਪੜ੍ਹ ਲਿਖ ਜਾਂਦੇ ਹੈ, ਚੰਗੇ ਮਾੜੇ ਦੀ ਪਰਖ ਹੁੰਦੀ ਹੈ, ਤੇ ਉਹ ਪਰ ਦੂਜਿਆਂ ਨੂੰ ਸੁਣਾਉਣ ਤੀਕਰ ਹੀ ਸੀਮਤ ਰਹਿੰਦੇ ਹੈ ਵੀ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਆਪ ਦਾ ਜੀਵਨ ਨਹੀਂ ਕੋਈ ਉਹਨਾਂ ਦਾ, ਤੇ ਆਪ ਦਾ ਜੀਵਨ ਨਹੀਂ, ਫਿਰ ਸਾਧੂ ਦੀ ਸੰਗਤ ਨਹੀਂ ਕਿਸੇ ਦੀ ਕਰਦੇ, ਹੰਕਾਰੇ ਰਹਿੰਦੇ, ਆਫਰੇ ਰਹਿੰਦੇ, ਵਿਦਿਆ ਦੇ ਹੰਕਾਰ ਕਰਦੇ। ਉਹ ਜਿਹੜੇ ਪੰਡਤ ਵਿਦਵਾਨ ਲੋਕ ਹੈ ਉਹ ਜਾਗਿਆਂ ਵਿੱਚ ਹੈ, ਕਿਉਂਕਿ ਪਰਖ ਹੈ ਨਾ ਚੰਗੇ ਮਾੜੇ ਦੀ, ਉਹ ਜਾਗੇ ਹੋਏ ਹੈ, ਪਰ ਇੱਕ ਜਾਗਣ ਦੇ ਨਾਲ ਹਨ। ਉਹ ਹੰਕਾਰ ਕਰਕੇ ਵੀ ਸਭ ਕੁਝ ਵਿਦਵਤਾ ਹਾਸਲ ਹੈ, ਪਰਮੇਸ਼ਰ ਦੇ ਦੇਸ਼ ਦਾ ਵੀ ਪਤਾ ਕਿਵੇਂ ਕਿਹੜੇ ਕਿਹੜੇ ਉੱਦਮ ਕਰਕੇ ਪਰਮੇਸ਼ਰ ਨੂੰ ਪ੍ਰਾਪਤ ਕਰਨਾ ਹੈ, ਪਤਾ ਸਾਰਾ ਕੁਝ ਹੈ, ਜਾਗਦੇ ਹੋਏ ਵੀ ਪਰਮੇਸ਼ਰ ਨੂੰ ਨਾਲ ਹਨ, ਨਹੀਂ ਪ੍ਰਾਪਤ ਕਰ ਸਕਦੇ। ਇੱਕ ਨਾ ਸੁੱਤਿਆਂ ਦੇ ਉਠਾਲ, ਮਹਾਰਾਜ ਕਹਿੰਦੇ ਸੁੱਤੇ ਉਹ ਹੈ ਜਿਹੜੇ ਕੋਈ ਅਨਪੜ੍ਹ ਹੈ, ਸੂਦਾ ਸੁਭਾਅ ਜਿਨ੍ਹਾਂ ਦਾ, ਬਸ ਝਾੜੂ ਸੇਵਾ ਪੋਚਾ ਲਾ ਕੇ ਮਨ ਵਿੱਚ ਨਿਮਰਤਾ ਧਾਰ ਕੇ ਸਿੱਖਾਂ ਦੀ ਸੰਗਤਾਂ ਦੀ ਸੇਵਾ ਕਰੀ ਜਾਂਦੇ ਹੈ, ਤੇ ਆਪਦੇ ਆਪ ਨੂੰ ਅਗਿਆਨੀ ਮੰਨਦੇ ਵੀ ਮਹਾਰਾਜ ਅਸੀਂ ਅਗਿਆਨੀ ਹਾਂ, ਉਹ ਸੁੱਤੇ ਹੋਏ ਹੈ। ਤੇ ਇਹੋ ਜਿਹੇ ਇੱਕ ਨਾ ਸੁੱਤਿਆਂ ਦੇ ਉਠਾਲ, ਇਹੋ ਜਿਹੇ ਸੁੱਤਿਆਂ ਹੋਇਆਂ ਨੂੰ ਪਰਮੇਸ਼ਰ ਉਠਾਲ ਕੇ, ਉਠਾਲਣਾ ਕੀ ਹੈ? ਗਿਆਨ ਦੀ ਜਾਗਰਤ ਅਵਸਥਾ, ਉਹ ਗਿਆਨ ਬਖਸ਼ਿਸ਼ ਕਰਕੇ ਤੇ ਸਾਰੀਆਂ ਦਾਤਾਂ ਦੇ ਦਿੰਦਾ ਹੈ ਪਰਮੇਸ਼ਰ। ਫਿਰ ਮਹਾਰਾਜ ਨੇ ਪ੍ਰਮਾਣ ਦੇ ਕੇ ਸਮਝਾਇਆ ਵੀ ਜਿਵੇਂ ਕੋਈ ਬੇੜਾ ਚੱਲਿਆ ਤੇ ਦੋ ਮੁਸਾਫਰ ਸ਼ਾਹੂਕਾਰ ਸੁਦਾਗਰ ਸਨ, ਪਤਾ ਲੱਗਿਆ ਵੀ ਇੱਕ ਆਪਣੇ ਇੱਥੋਂ ਜਹਾਜ਼ ਚੱਲਿਆ ਵਿਦੇਸ਼ਾਂ ਵਿੱਚ ਵਪਾਰ ਕਰਨ ਵਾਸਤੇ, ਜਿਸ ਜਹਾਜ਼ ਵਿੱਚ ਬੜੇ ਵਪਾਰੀ ਇਕੱਠੇ ਹੋਣੇ ਹਨ, ਤੇ ਆਪਾਂ ਨੂੰ ਵੀ ਜਾਣਾ ਚਾਹੀਦਾ, ਆਪਾਂ ਵਪਾਰ ਕਰਕੇ ਲਾਭ ਖੱਟੀਏ। ਇਹਨਾਂ 'ਚੋਂ ਦੋਵੇਂ ਗਏ ਤਾਂ ਚਲੇ ਜਿੱਥੇ ਜਹਾਜ਼
ਇੱਕ ਨੇ ਆਖਿਆ ਚਲੋ ਸੌਣਾ ਹੀ ਆ, ਬਾਹਰ ਜੂ ਸੌਣਾ ਤੇ ਜਹਾਜ਼ ਦੇ ਵਿੱਚ ਵੜ ਕੇ ਹੀ ਸੌਂ ਜਾਈਏ, ਪਤਾ ਤੁਰੇਗਾ ਤੇ ਜੇ ਸੁੱਤਿਆਂ ਵੀ ਤੁਰ ਪਿਆ ਤੇ ਲੈ ਤਾਂ ਜਾਵੇਗਾ ਨਾ ਜਿੱਥੇ ਜਾਣਾ। ਇੱਕ ਕਹਿੰਦਾ ਵੀ ਕੋਈ ਨਹੀਂ, ਚੜ੍ਹਨ ਨੂੰ ਅਜੇ ਕੀ ਆ, ਪਾਸੇ ਆਸੇ ਰੌਣਕ ਮੇਲੇ ਮਾਹੌਲ ਵੇਖੋ, ਜਦੋਂ ਤੁਰੇਗਾ ਉਦੋਂ ਚੜ੍ਹ ਪਵਾਂਗੇ। ਤੇ ਉਹ ਜਿਹੜਾ ਹੁਣ ਜਹਾਜ਼ ਦੇ ਵਿੱਚ ਸੁੱਤਾ, ਜਦੋਂ ਜਹਾਜ਼ ਤੁਰਿਆ ਉਹ ਸੁੱਤਾ ਵੀ ਜਿੱਥੇ ਪਹੁੰਚਣਾ ਸੀ ਪਹੁੰਚ ਗਿਆ। ਤੇ ਜਿਹੜਾ ਸਾਰੀ ਰਾਤ ਜਾਗਦਾ ਰਿਹਾ ਵੀ ਜਦੋਂ ਜਹਾਜ਼ ਤੁਰੂ ਉਦੋਂ ਚੜ੍ਹਾਂਗੇ, ਉਹ ਧਿਆਨ ਉਹਦਾ ਹੋਰ ਪਾਸੇ ਸੀ। ਜਹਾਜ਼ ਦੇ ਵੱਜੀ ਵਿਸਲ ਦਾ, ਹਾਰਨ ਦਾ, ਨਗਾਰੇ ਦਾ ਕੋਈ ਪਤਾ ਨਹੀਂ ਲੱਗਿਆ। ਜਹਾਜ਼ ਤੁਰ ਗਿਆ ਤੇ ਇਕੱਲਾ ਹੀ ਰਹਿ ਗਿਆ। ਇਸ ਤਰ੍ਹਾਂ ਸਾਧ ਸੰਗਤ ਦੀ ਸੰਗਤ ਜਹਾਜ਼ ਹੈ, ਤੇ ਸੰਗਤ ਰੂਪੀ ਜਹਾਜ਼ ਵਿੱਚ ਕੋਈ ਆ ਜਾਵੇ, ਇਹ ਬਹਿਣਾ ਜਿਹੜਾ ਅਸਵਾਰ ਹੋਣਾ। ਅਸੀਂ ਮੁਸਾਫਰ ਹਾਂ, ਇੱਥੇ ਆ ਕੇ ਸੌਂ ਵੀ ਜਾਈਏ ਚਾਹੇ, ਧਿਆਨ ਭੜਕ ਵੀ ਜਾਂਦਾ, ਨਹੀਂ ਕਥਾ ਵਿੱਚ ਰਹਿੰਦਾ, ਪਰ ਮੁੜ ਕੇ ਫਿਰ ਕਦੇ ਤਾਂ ਆਉਂਦਾ ਹੀ ਹੈ ਨਾ, ਫਿਰ ਚਲਾ ਜਾਂਦਾ, ਫਿਰ ਆ ਜਾਂਦਾ। ਸੰਗਤ ਵਿੱਚ ਸੁੱਤਿਆਂ ਨੂੰ ਵੀ ਕੁਝ ਮਿਲ ਜਾਂਦਾ ਹੈ, ਸੰਗਤ ਵਿੱਚ ਸੌਣਾ ਵੀ ਭਲਾ, ਤੇ ਘਰੇ ਸਾਰੀ ਰਾਤ ਕੋਈ ਜਾਗਦਾ ਫਿਰੇ, ਵਿਸ਼ੇ ਭੋਗਦਾ ਫਿਰੇ, ਵਿਸ਼ੇ ਭੋਗਦਾ ਜਾਗਦਾ ਵੀ ਮਾੜਾ, ਤੇ ਸੰਗਤ ਕਰਦਾ ਸੁੱਤਾ ਵੀ ਚੰਗਾ। ਇਹ ਮਹਾਰਾਜ ਜੀ ਨੇ ਦੱਸਿਆ। ਜਿਵੇਂ ਉਹ ਕਹਿੰਦੇ ਕੋਈ ਬੇੜੀ 'ਤੇ ਬਹਿ ਜਾਵੇ ਨਾ, ਤੇ ਬੇੜੀ ਵਿੱਚ ਨੀਂਦ ਵੀ ਆ ਜਾਵੇ ਤੇ ਬੇੜੀ ਕਿਨਾਰੇ ਲੈ ਜਾਂਦੀ ਹੈ, ਤੇ ਨਾਲੇ ਚਾਰ ਚੁਫੇਰੇ ਜੇ ਧਿਆਨ ਵੀ ਮਾਰੇ ਹੁਣ ਬੇੜੀ ਤਾਂ ਵੀ ਤਰੀ ਜਾਣੀ ਆ, ਜੇ ਪਾਸੇ ਆਸੇ ਵੀ ਵੇਂਦਾ ਫਿਰੇ ਤਾਂ। ਜੇ ਬੇੜੀ 'ਚ ਧਿਆਨ ਹੈ ਤੇ ਤਾਂ ਵੀ ਕਿਨਾਰੇ ਲੱਗ ਜਾਣਾ, ਜੇ ਧਿਆਨ ਨਹੀਂ ਤੇ ਤਾਂ ਵੀ ਕਿਨਾਰੇ ਲੱਗ ਜਾਂਦਾ। ਇਹ ਸੰਗਤ ਖਾਲਸਾ ਜੀ ਇਹੋ ਜਿਹਾ ਜਹਾਜ਼ ਹੈ, ਬੇੜਾ ਹੈ। ਠੀਕ ਹੈ, ਧਿਆਨ ਜ਼ਰੂਰੀ ਆ, ਸੰਗਤ ਵਿੱਚ ਇਕਾਗਰ ਬਿਰਤੀ ਹੋਣੀ ਚਾਹੀਦੀ ਹੈ, ਪਰ ਜੇ ਸੰਗਤ ਵਿੱਚ ਬੈਠਿਆਂ ਬਿਰਤੀ ਨਹੀਂ ਇਕਾਗਰ ਨਾ, ਧਿਆਨ ਭਟਕਦਾ ਤੇ ਕੋਈ ਮਹਾਂ ਪਾਪ ਨਹੀਂ ਹੈ, ਕਿਉਂਕਿ ਮਨ ਜਿਹੜਾ ਆਦਿ ਕਾਲ ਤੋਂ ਹੀ ਚੰਚਲ ਹੈ। ਉਦਮ ਕਰਨਾ ਚਾਹੀਦਾ, ਮੋੜ ਮੋੜ ਕੇ ਮਨ ਨੂੰ ਫਿਰ ਸੰਗਤ ਵਿੱਚ ਲੈ ਆਓ। ਜੇ ਫਿਰ ਜਾਂਦਾ ਹੈ, ਦੌੜ ਜਾਂਦਾ ਹੈ, ਘੁਮਾ ਕੇ ਉਹਨੂੰ ਫਿਰ ਧਿਆਨ ਦੇ ਕੇ ਤੇ ਫਿਰ ਆਖ ਪਈ ਸੁਣ ਕਥਾ, ਸੁਣ ਕਥਾ। ਇਸ ਤਰ੍ਹਾਂ ਮਨ ਨੂੰ ਪ੍ਰੇਰ ਕੇ ਫਿਰ ਜਿਵੇਂ ਹੌਲੀ ਹੌਲੀ ਟਿਕਦਾ ਫਿਰ ਖਾਲਸਾ ਜੀ ਇੱਕ ਦਿਨ ਟਿਕ ਜਾਂਦਾ ਹੈ। ਇਹੋ ਜਿਹੀ ਸਿੱਖਿਆ ਆਪਾਂ ਕੱਲ੍ਹ ਦੇ ਵਸਾਈ ਹੈ। ਅੱਗੇ ਮਹਾਰਾਜ ਦੇ ਪਾਸ ਜਿਵੇਂ ਸਿੱਖ ਆਈ ਜਾਂਦੇ ਹੈ, ਸ਼ੰਕੇ ਨਿਵਰਤ ਹੋਈ ਜਾਂਦੇ, ਇਹ ਉਹ ਸ਼ੰਕੇ ਖਾਲਸਾ ਜੀ ਜਿਹੜੇ ਅੱਜ ਵੀ ਪੰਥ ਵਿੱਚ ਪਏ ਹੋਏ ਹੈ। ਤੇ ਜੇ ਆਹ ਕਥਾ ਸੁਣ ਲਵੇ ਕੋਈ ਤੇ ਮਨ ਵਿੱਚ ਕੋਈ ਸ਼ੰਕਾ ਨਹੀਂ ਰਹਿੰਦਾ। ਗੁਰਬਾਣੀ ਦੇ ਪਰਥਾਏ ਚਿੱਤ ਬਿਰਤੀ ਇਕਾਗਰ ਕਰੋ ਜੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਹਿਰਦੇ ਵਸਾਉਂਦੇ ਹੋਏ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰਣਾ ਬਹਿਲ ਨਾਮ ਇੱਕ ਚੰਗਾ। ਤੋ ਅੱਗੇ ਇੱਕ ਭਾਈ ਫਿਰਣਾ, ਭਾਈ ਬਹਿਲ ਜੀ, ਇੱਕ ਚੰਗਾ ਨਾਮ ਦਾ ਗੁਰਸਿੱਖ 3 ਜਣੇ ਹਨ। ਤ੍ਰਿਤੀਓ ਜੇਠਾ ਮਿਲ ਕਰ ਸੰਗਾ। ਫਿਰਣਾ ਜਿਹੜਾ ਬਹਿਲ ਜਾਤੀ ਦਾ ਹੈ, ਤੇ ਇੱਕ ਸਿੱਖ ਦਾ ਨਾਮ ਚੰਗਾ, ਤੇ ਇੱਕ ਭਾਈ ਜੇਠਾ ਜੀ। ਇਹ 3 ਜਣੇ ਆਪਸ ਵਿੱਚ ਮਿਲ ਕਰਕੇ ਸ਼੍ਰੀ ਗੁਰ ਪਗ ਕੋ ਬੰਧਨ ਧਾਰੀ। ਇਹਨਾਂ ਪਹੁੰਚ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਜੋਰ ਹਾਥ ਨਿਜ ਅਰਜ ਗੁਜਾਰੀ। ਹੱਥ ਜੋੜੇ ਆ ਪਾਤਸ਼ਾਹ ਦੇ ਅੱਗੇ, ਦਰਸ਼ਨ ਕੀਤੇ, ਫਿਰ ਆਪਣੇ ਮਨ ਦੀ ਜਿਹੜੀ ਅਰਜੀ ਹੈ, ਬੇਨਤੀ ਹੈ, ਅਰਦਾਸ, ਉਹ ਹਜ਼ੂਰ ਦੇ ਅੱਗੇ ਕੀਤੀ ਹੈ। ਗੁਰੂ ਗਰੀਬ ਨਿਵਾਜ ਬਤਾਵੋ। ਹੇ ਗੁਰੂ ਪਾਤਸ਼ਾਹ, ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਮਹਾਰਾਜ, ਕਿਰਪਾ ਕਰਕੇ ਸਾਨੂੰ ਇੱਕ ਜਿਹੜੀ ਵੈ ਗੱਲ ਦੱਸੋ ਪਾਤਸ਼ਾਹ ਜੀ, ਇੱਕ ਬਚਨ ਸੁਣ ਬਤਾਉਣਾ ਕਰੋ ਜੀ। ਹਮਰੇ ਔਰ ਸੰਦੇਹ ਮਿਟਾਵੋ। ਤੇ ਸਾਡੇ ਮਨ ਦਾ ਜਿਹੜਾ ਸੰਸਾ ਹੈ ਉਹ ਆਪ ਦਇਆ ਕਰਕੇ ਨਾਸ਼ ਕਰ ਦਿਓ ਆਪਣੇ ਬਚਨ ਦੀ ਸਿੱਧੀ ਨਾਲ। ਕੇਤਿਕ ਸਿਮਰਹਿ ਰਾਮ ਸੁਨਾਮ। ਹਜ਼ੂਰ ਪੁੱਛਦੇ ਆ, ਦੱਸੋ ਭਾਈ ਕੀ ਸ਼ੰਕਾ ਮਨ ਦਾ? ਕਹਿੰਦੇ ਪਾਤਸ਼ਾਹ, ਸੰਸਾਰ ਵਿੱਚ ਕੁਝ ਲੋਕ ਇਹੋ ਜਿਹੇ ਜਿਹੜੇ ਰਾਮ ਨੂੰ ਸਿਮਰਦੇ ਆ, ਰਾਮ ਰਮੰਤੀ ਰਾਮਾਇਣਾ,
ਰਾਮ 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 ਕਰਦੇ ਹਨ। ਕੇਤਿਕ ਕ੍ਰਿਸ਼ਨ ਹਰੇ ਘਨ ਸ਼ਿਆਮ। ਕਈ ਕ੍ਰਿਸ਼ਨ ਭਗਵਾਨ ਨੂੰ ਹਰੇ ਕ੍ਰਿਸ਼ਨ 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 ਹਰੇ 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 ਕ੍ਰਿਸ਼ਨ ਹਰੇ ਕ੍ਰਿਸ਼ਨ। ਇਸ ਤੋਂ ਬਾਅਦ ਜਿਹੜੇ ਕੋਈ ਖੋੜਸਾ ਮੰਤਰ ਹੈ ਉਹ ਤੇ ਕੋਈ ਘਣਸ਼ਿਆਮ ਨੂੰ ਭਾਵ ਸਾਂਵਲੇ ਪਰਮੇਸ਼ਰ ਜਿਹੜਾ ਹੈ ਕ੍ਰਿਸ਼ਨ ਭਗਵਾਨ ਰੂਪ ਉਹਦੀ ਅਰਾਧਨਾ ਕਰਦੇ ਹੈ, ਧਿਆਨ ਧਰਦੇ ਹੈ, ਸਿਮਰਦੇ ਹਨ। ਕੇਚਿਤ ਓਵੰ ਕੇਚਿਤ ਸੋਹੰ। ਕਈ ਓੰ ਦਾ ਜਾਪ ਕਰਦੇ ਆ ਸ਼ਿਵ ਭਗਵਾਨ ਨੂੰ ਮੰਨਣ ਵਾਲੇ। ਕਈ ਸੋਹੰ ਸਿੱਧ ਲੋਕ ਜਿਹੜੇ ਵੈ ਉਹ ਸੋਹੰ ਦਾ ਜਾਪ ਕਰਦੇ ਹਨ। ਸਿਮਰੈ ਨਾਮ ਪਰਮਗਤ ਹੋਹੰ। ਪਰ ਮਹਾਰਾਜ ਵੇਖੀਦਾ ਵੀ ਜਿਹੜਾ ਮਰਜੀ ਕੋ ਨਾਮ ਸਿਮਰਦਾ ਹੈ, ਚਲੋ ਸਾਰੇ ਪਰਮੇਸ਼ਰ ਦੇ ਨਾਮ ਹੈ, ਸਾਰਿਆਂ ਦੀ ਗਤ ਹੋ ਜਾਂਦੀ ਹੈ, ਸਭ ਦੀ ਮੁਕਤੀ ਹੋ ਜਾਂਦੀ, ਬੰਦ ਖਲਾਸੀ। ਹਮ ਕੋ ਉਚਿਤ ਕਾਣ ਮੁਖ ਜਾਪਨ। ਤੇ ਮਹਾਰਾਜ ਸਾਰੇ ਨਾਮ ਹੀ ਭਾਵੇਂ ਸਤਿਕਾਰਯੋਗ ਹਨ, ਪਰ ਆਪ ਦੱਸੋ ਕਿਰਪਾ ਕਰਕੇ ਵੀ ਸਾਡੇ ਵਾਸਤੇ ਕਿਹੜਾ ਨਾਮ ਉਚਿਤ ਹੈ ਜਿਹੜਾ ਮੁਖ ਦੇ ਨਾਲ ਅਸੀਂ ਜਪਿਆ ਕਰੀਏ ਜੀ। ਉਪਦੇਸਾਹ ਸਤਿਗੁਰ ਅਗ ਖਾਪਨ। ਹੇ ਗਰੀਬ ਨਵਾਜ ਸਾਨੂੰ ਇਹੋ ਜਿਹਾ ਉਪਦੇਸ਼ ਬਖਸ਼ੋ ਤਾਂ ਕਿ ਸਾਡੇ ਸਾਰੇ ਅਗ ਕਹੀਏ ਜਿਹੜੇ ਪਾਪ ਹੈ ਉਹਨਾਂ ਦਾ ਨਾਸ਼ ਹੋ ਜਾਵੇ ਜੀ। ਸੁਣ ਸ਼੍ਰੀ ਮੁਖ ਤੇ ਹੁਕਮ ਬਖਾਨਾ। ਪਾਤਸ਼ਾਹ ਜੀ ਨੇ ਸੁਣ ਕੇ ਇਹਨਾਂ ਦੇ ਮੁਖੋਂ ਤੇ ਸ਼੍ਰੀ ਕੰਠ ਤੋਂ ਸੁੰਦਰ ਹੁਕਮ ਆਖਿਆ ਹੈ, ਇਹਨਾਂ ਨੂੰ ਉਪਦੇਸ਼ ਬਖਸ਼ਿਆ ਹੈ। ਸਿਮਰ ਵਾਹਿ ਗੁਰੂ ਦੁਖ ਹਾਨਾ। ਭਾਈ ਜੇ ਸਿਮਰਨਾ ਨਾਮ ਤੇ ਵਾਹਿਗੁਰੂ 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 ਇਹ ਸਿਮਰਨ ਨਾਮ ਕਰੋ ਜਿਹੜਾ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਹੈ। ਤਰੀ ਨੀਰ ਕੇ ਤੀਰ ਉਤਾਰੈ। ਤੋ ਕਹਿੰਦੇ ਮਹਾਰਾਜ ਦੂਜੇ ਵੀ ਜਿਹੜੇ ਨਾਮ ਸੰਸਾਰ ਤੇ ਕੋਈ ਕ੍ਰਿਸ਼ਨ ਹਰੀ ਰਾਮ ਜੋ ਵੀ ਹੈ ਉਹਨਾਂ ਨਾਲ ਵੀ ਪਾਰ ਉਤਰ ਜਾਂਦਾ ਬੰਦਾ। ਮਹਾਰਾਜ ਕਹਿੰਦੇ ਜ਼ਰੂਰ ਭਾਈ, ਜਿਵੇਂ ਕੋਈ ਨਦੀ ਹੁੰਦੀ ਹੈ, ਨਦੀ ਦੇ ਉੱਪਰ ਭਾਵੇਂ 100 ਬੇੜੀ ਖੜੀ 100 ਦੀ 100 ਹੀ ਪਾਰ ਲੈ ਜਾਂਦੀ, ਜਿਹੜੀ 'ਚ ਮਰਜ਼ੀ ਚੜੋ ਉਹੀ ਬੇੜੀ ਮਨੁੱਖ ਨੂੰ ਪਾਰ ਲਾ ਦਿੰਦੀ ਹੈ। ਇਸ ਬਿਧ ਕੀ ਸ਼ਕਤੀ ਸਭ ਧਾਰੈ। ਕਿਉਂਕਿ ਸਾਰੀਆਂ ਬੇੜੀਆਂ ਹੀ ਇਹ ਸ਼ਕਤੀ ਰੱਖਦੀਆਂ ਵੀ ਜਿਹੜੀ ਪੁਰਾਣੀ ਹੋਵੇ ਨਵੀਂ ਹੋਵੇ, ਜਿਹੜੀ ਬੇੜੀ ਵਿੱਚ ਚੜ੍ਹ ਜਾਓ ਉਹੀ ਬੇੜੀ ਪਾਰ ਲਾ ਦਿੰਦੀ ਹੈ। ਤਉ ਵਿਚਾਰੋ ਜਿਸ ਜੋ ਚਰਿਓ। ਪਰ ਤਾਂ ਵੀ ਇਹ ਵਿਚਾਰਨਾ ਚਾਹੀਦਾ ਵੀ ਜਿਹੜਾ ਜਿਹੜੀ ਬੇੜੀ ਤੇ ਚੜ੍ਹ ਜਾਂਦਾ ਹੈ ਤਿਸੀ ਅਲੰਬ ਨਦੀ ਕੋ ਤਰਿਓ। ਉਸੇ ਹੀ ਬੇੜੀ ਤੇ ਬਹਿ ਕੇ ਉਹ ਨਦੀ ਪਾਰ ਕਰ ਜਾਂਦਾ। ਵੀ ਬੇੜੀਆਂ ਬਹੁਤ ਨੇ ਸੰਸਾਰ ਤੇ, ਪਰ ਆਪਾਂ ਨੂੰ ਉਹਨੇ ਪਾਰ ਲਾਉਣਾ ਜਿਹੜੀ ਤੇ ਚੜਾਂਗੇ। ਇਸ ਤਰ੍ਹਾਂ ਹੀ ਨਾਮ ਸੰਸਾਰ ਤੇ ਬੜੇ ਆ। ਤੇ ਗਰੀਬ ਨਵਾਜ ਕਹਿੰਦੇ ਜਿਹੜਾ ਜਿਹੜੀ ਬੇੜੀ ਤੇ ਚੜ੍ਹਦਾ ਹੈ ਉਹੀ ਬੇੜੀ ਉਹਨੂੰ ਨਦੀ ਤੋਂ ਪਾਰ ਲਾ ਦਿੰਦੀ ਹੈ। ਤਿਮ ਪਰਮੇਸ਼ਰ ਕੇ ਸਭ ਨਾਮ। ਇਸ ਤਰ੍ਹਾਂ ਭਾਈ ਜਾਣੋ ਵੀ ਜਿਵੇਂ ਇੱਕ ਨਦੀ ਨੂੰ ਪਾਰ ਲਾਉਣ ਵਾਸਤੇ ਹਜ਼ਾਰਾਂ ਬੇੜੀਆਂ, ਇਸ ਤਰ੍ਹਾਂ ਇਸ ਸੰਸਾਰ ਤੋਂ ਪਾਰ ਲਾਉਣ ਵਾਸਤੇ ਬੇੜੀ ਦੀ ਨਿਆਈ ਪਰਮੇਸ਼ਰ ਦਾ ਨਾਮ ਹੈ ਬੜੇ ਤਰ੍ਹਾਂ ਦਾ। ਜੋ ਕਰਹਿ ਪਾਰ ਸਿਮਰੇ ਉਰ ਧਾਮ। ਜਿਹੜਾ ਹਿਰਦੇ ਰੂਪੀ ਘਰ ਵਿੱਚ ਉਸ ਪਰਮੇਸ਼ਰ ਦਾ ਨਾਮ ਸਿਮਰਦਾ ਹੈ ਉਹੀ ਪਾਰ ਹੋ ਜਾਂਦਾ ਹੈ। ਜੋ ਸਤਿਗੁਰ ਉਪਦੇਸ਼ਣ ਕਰਿਓ। ਬਾਕੀ ਐ ਆ ਭਾਈ ਵੀ ਨਾਮ ਸੰਸਾਰ ਤੇ ਬੜੇ ਹੈ, ਪਰ ਜਿਹੜਾ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਸਾਹਿਬ ਮਹਾਰਾਜ ਜੀਆਂ ਸਿੱਖਾਂ ਨੂੰ ਉਪਦੇਸ਼ ਦਿੱਤਾ ਹੈ ਵੀ ਤੁਸੀਂ ਆਹ ਨਾਮ ਜਪਣਾ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਆਖਿਆ ਹੈ ਤਿਸ ਕੋ ਸਿਮਰੋ ਸਿੱਖ ਭਵ ਤਰਿਓ। ਉਹ ਵਾਹਿਗੁਰੂ ਨਾਮ ਹੈ ਵੀ ਸਿੱਖ ਵਾਹਿਗੁਰੂ ਜਿਹੜਾ ਗੁਰਮੰਤਰ ਹੈ ਨਾ ਉਹਦਾ ਜਾਪ ਕਰੇ। ਤਿਸ ਕੋ ਸਿਮਰ ਸਿੱਖ ਭਵ ਤਰਿਓ। ਜਿਨ੍ਹਾਂ ਸਿੱਖਾਂ ਨੇ ਇਹ ਵਾਹਿਗੁਰੂ 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 ਜਪਿਆ ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਹਨ। ਏਕ ਬਾਰ ਜੁਗ ਖਟ ਅਰਤੀਸ। ਇਹਨਾਂ ਪੁੱਛਿਆ ਮਹਾਰਾਜ ਵੀ ਜਿਵੇਂ ਬੇੜੀਆਂ ਨਦੀ ਦੇ ਕੰਢੇ 10 20 50 ਹੁਣ ਜਿਹੜੀ ਤੇ ਬਹਿ ਜੀ ਉਹੀ ਪਾਰ ਲਾ ਦਿੰਦੀਆਂ ਹੀ। ਮਹਾਰਾਜ ਨਾਮ ਹੈ ਰਾਮ ਦਾ ਕੋਈ ਕ੍ਰਿਸ਼ਨ ਦਾ, ਤੇ ਪਾਰ ਤਾਂ ਸਾਰੇ ਹੀ ਲਾਉਂਦੇ ਆ, ਫਿਰ ਵਾਹਿਗੁਰੂ ਨਾਮ ਹੀ ਕਿਉਂ ਜਪਣਾ ਸਿੱਖਾਂ ਨੇ। ਤੋ ਗਰੀਬ ਨਵਾਜ ਮਹਾਰਾਜ ਕਹਿੰਦੇ ਭਾਈ ਸੁਣੋ ਫਿਰ ਆਦਿ ਕਥਾ ਹੈ। ਏਕ ਬਾਰ ਜੁਗ ਖਟ ਅਰਤੀਸ। ਇੱਕ ਸਮੇਂ ਦੀ ਗੱਲ ਹੈ,
ਖਾਟ 6 ਤੇ 30 36 ਯੁੱਗ ਜਿਹੜੇ ਬਣਦੇ ਹਨ। ਧੁੰਦੂ ਕਾਰਨ ਪਰਜਾਈਸ। ਵੀ ਜੇ ਇੱਕ ਸਮੇਂ ਦੀ ਬਾਤ ਹੈ 36 ਯੁੱਗ ਗੁਬਾਰ ਰਿਹਾ ਇਸ ਥਾਂ ਤੇ, ਵੀ ਨਾ ਧਰਤੀ ਸੀ, ਨਾ ਸੂਰ, ਨਾ ਚੰਦ, ਨਾ ਤਾਰੇ, ਕੇਵਲ ਤੇ ਕੇਵਲ ਅਰਬਦ ਨਰਬਦ ਧੁੰਦੂਕਾਰਾ। ਬਸ ਕੁੱਪ ਹਨੇਰ ਹੀ ਰਿਹਾ ਸੀ, ਨਾ ਇਹ ਪਰਜਾ ਸੀ ਤੇ ਨਾ ਹੀ ਉਹ ਈਸ਼ਵਰ ਜਾਂ ਜਿਹੜਾ ਪਰਮੇਸ਼ਰ ਹੈ ਉਹ ਈਸ਼ ਰੂਪ ਵਿੱਚ ਸੀ। ਜਾਂ ਕਹੋ ਨਾ ਕੋਈ ਰਾਜਾ ਸੀ, ਨਾ ਇਸ ਧਰਤੀ ਸੀ ਤੇ ਨਾ ਹੀ ਕੋਈ ਇੱਥੇ, ਜਦੋਂ ਧਰਤੀ ਹੈ ਨਹੀਂ, ਬ੍ਰਹਿਮੰਡ ਹੀ ਹੈ ਨਹੀਂ ਸੀ, ਫਿਰ ਰਾਜਾ ਈਸ਼ ਕਿੱਥੋਂ ਹੋਣਾ। 36,000 ਜਿਹੜਾ ਵਾ ਜਾਂ 36 ਯੁੱਗ ਜਿਹੜਾ ਵਾ ਉਹ ਗਵਾਰ ਰਹਿਆ ਹੋਇਆ ਹੈ। ਏਕ ਓੰਕਾਰ ਰਚਿਓ ਨਹਿ ਕੋਈ। ਤੇ ਉਸ ਏਕ ਓੰਕਾਰ ਪਰਮੇਸ਼ਰ ਨੇ ਕੁਝ ਵੀ ਨਹੀਂ ਸੀ ਰਚਿਆ, ਇਸ ਸਥਾਨ ਤੇ ਹੋਰ ਕੁਝ ਨਹੀਂ ਹੈ ਸੀ। ਸੁਨ ਸਮਾਦ ਰਹਿ ਸਭ ਕੋਈ। ਸਭ ਸੁੰਨ ਸਮਾਦ ਹੋ ਰਹੀ ਸੀ, ਪਰਮੇਸ਼ਰ ਸੁੰਨ ਸਮਾਧੀ ਵਿੱਚ ਸੀ। ਨਾ ਕੋ ਧਰਤੀ, ਨਾ ਸੂਰਜ, ਨਾ ਚੰਦ, ਨਾ ਤਾਰੇ, ਨਾ ਰਾਜਾ, ਨਾ ਪ੍ਰਜਾ, ਜਿਹੜਾ ਕੁਝ ਵੀ ਦੁਤੀ ਭਾ ਹੈ ਹੀ ਨਹੀਂ ਸੀ। ਨਹੀਂ ਆਕਾਰ ਕਛੂ ਪ੍ਰਗਟਾਇਓ। ਤੇ ਕੋਈ ਵੀ ਰੂਪ ਨਹੀਂ ਸੀ ਪ੍ਰਗਟ ਹੋਇਆ, ਨਾ ਇਹ ਸੰਸਾਰ ਦਾ ਰੂਪ ਹੁੰਦਾ। ਜਿਹੜੀ ਚੀਜ਼ ਦਿੱਖ ਥੱਲੇ ਆਵੇ, ਅੰਦਾਜ਼ਾ ਲੱਗੇ ਵੀ ਗੋਲ ਹੈ, ਚੌਰਸ ਐਸੀ ਹੈ, ਉਹ ਰੂਪ ਵਾਲੀ ਵਸਤੂ ਹੈ। ਰੂਪ ਤੇ ਨਾਮ ਖਾਲਸਾ ਜੀ ਮਾਇਆ ਦੇ ਹੈ। ਤੇ ਜਦੋਂ ਮਾਇਆ ਹੀ ਵਰਤੀ ਨਹੀਂ ਸੀ, ਕਿਉਂਕਿ ਸੰਸਾਰ ਜਾਂ ਬ੍ਰਹਿਮੰਡ ਦਾ ਪਸਾਰਾ ਪਰਮੇਸ਼ਰ ਨੇ ਮਾਇਆ ਸਬਲ ਹੋ ਕੇ ਕੀਤਾ, ਇਸ ਲਈ ਉਹਨੂੰ ਈਸ਼ਵਰ ਆਖਦੇ। ਤੋ ਪਾਤਸ਼ਾਹ ਕਹਿੰਦੇ ਕੁਝ ਵੀ ਹੈ ਨਹੀਂ ਸੀ, ਕਿਸੇ ਤਰ੍ਹਾਂ ਦਾ ਆਕਾਰ ਵੀ ਪ੍ਰਗਟ ਨਹੀਂ ਹੋਇਆ ਸੀ। ਰਹਿਓ ਗੁਬਾਰ ਈਸ਼ ਇਮ ਪਾਇਓ। ਤੇ ਇਹ ਈਸ਼ ਨੂੰ ਇਸ ਤਰ੍ਹਾਂ ਹੀ ਪਾਇਆ। ਤੇ 36,000 ਵਰਾ, ਕੋਈ 36 ਲੱਖ ਯੁੱਗ ਕਹਿੰਦੇ ਆ, ਕੋਈ 36 ਯੁੱਗ। ਇੱਥੇ 36 ਯੁੱਗ ਦਾ ਜਿਵੇਂ ਜ਼ਿਕਰ ਆਇਆ, ਮਹਾਰਾਜ ਕਹਿੰਦੇ 36 ਯੁੱਗ ਗੁਬਾਰ ਰਹੇ ਆ ਇਸ ਸਥਾਨ ਤੇ ਸਭ ਪਾਸੇ ਹੀ। ਨਾਉ ਨਾਉ ਜੁਗ ਮਹਿ ਇੱਕ ਇੱਕ ਵਰਣੰ। ਤੇ ਜਿਹੜਾ 36 ਯੁੱਗ ਗੁਬਾਰ ਧੁੰਦੂਕਾਰੇ ਵਿੱਚ ਲੰਘੇ ਹੈ, ਜਦੋਂ ਕੁਝ ਵੀ ਨਹੀਂ ਸੀ, ਉਸ ਸਮੇਂ ਉਸ ਅਕਾਲ ਪੁਰਖ ਨੇ 9 ਯੁੱਗ 4 ਵਾਰੀ 9 ਯੁੱਗ ਇੱਕ ਵਰਨ ਇੱਕ ਅੱਖਰ ਦਾ ਜਾਪ ਕੀਤਾ। ਜਿਵੇਂ 9 ਯੁੱਗ ਤਾਂ ਕੀਤਾ ਵਾ, ਇਹ ਆਵਾਜ਼ ਆਈ, 9 ਯੁੱਗ ਹੇ ਇਹ ਆਵਾਜ਼ ਆਈ, ਸਿੱਧ ਕੀਤਾ। ਫਿਰ ਤੀਸਰੇ 9 ਯੁੱਗ ਗੂ ਨਾਂ ਦੀ, ਚੌਥੇ 9 ਯੁੱਗ ਰੂ ਵਾਹਿਗੁਰੂ। ਇਹ ਮੰਤਰ ਸਿੱਧ ਕੀਤਾ ਅਕਾਲ ਪੁਰਖ ਪਰਮੇਸ਼ਰ ਨੇ 36 ਯੁੱਗ ਆਪ ਉਚਾਰ ਕੇ 9 ਯੁੱਗ ਇੱਕ ਇੱਕ ਅੱਖਰ ਦਾ ਜਾਪ ਹੋਇਆ ਹੈ। ਸ਼੍ਰੀ ਨਾਨਕ ਚਾਹੋ ਕੋ ਇੱਕ ਕਰਨੰ। ਤੇ ਉਹ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਜਦੋਂ ਰੂਪ ਧਾਰਿਆ ਅਕਾਲ ਪੁਰਖ ਨੇ, ਪ੍ਰਿਥਵੀ ਦੀ ਪੁਕਾਰ ਸੁਣ ਕੇ, ਤੇ ਹੇ ਪਿਆਰੇ ਗੁਰਮੁਖੋ, ਉਹ ਸਮੇਂ 4 ਅੱਖਰਾਂ ਨੂੰ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਇਕੱਠਿਆਂ ਕੀਤਾ। ਜਿਹੜੇ 9 ਯੁੱਗ ਇੱਕ ਇੱਕ ਅੱਖਰ ਦਾ ਜਾਪ ਹੋਇਆ, ਉਹ 4 ਅੱਖਰਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਕੱਠਾ ਕਰਕੇ ਵਾਹਿਗੁਰੂ ਇੱਕ ਨਾਮ ਬਣਾਇਓ। ਤੇ ਇੱਕ ਨਾਮ ਬਣਾਇਆ, ਉਹ ਹੈ ਵਾਹਿਗੁਰੂ। ਵਾਹਿਗੁਰੂ ਨਾਮ ਗੁਰੂ ਨਾਨਕ ਪਾਤਸ਼ਾਹ ਨੇ ਉਚਾਰਨਾ ਕੀਤਾ, ਬਣਾਉਣਾ ਕੀਤਾ ਹੈ। ਸੁਣ ਸਭ ਸੰਤਨ ਕੇ ਮਨ ਪਾਇਓ। ਇਹੋ ਵਾਹਿਗੁਰੂ ਮੰਤਰ ਨਾਮ ਹੈ ਜਿਹੜਾ ਸੁਣ ਕੇ ਸਾਰੇ ਸੰਤਾਂ ਭਗਤਾਂ ਮਹਾਂਪੁਰਖਾਂ ਦੇ ਮਨ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਨਿਜ ਸਿੱਖਣ ਕੋ ਕਰ ਉਪਦੇਸ਼। ਤੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਆਪਣਿਆਂ ਸਾਰੇ ਸਿੱਖਾਂ ਨੂੰ, ਸੰਗਤਾਂ ਨੂੰ ਇਹੀ ਉਪਦੇਸ਼ ਕੀਤਾ ਹੈ। ਸਿਮਰਤ ਕਾਟੇ ਬੰਧ ਕਲੇਸ਼। ਕਿ ਸੰਗਤ ਜਿਹੜੇ ਗੁਰਸਿੱਖ ਗੁਰਮੁਖ ਪਿਆਰੇ ਹੈ, ਮਹਾਰਾਜ ਜਿਹਨੂੰ ਵੀ ਮਿਲੇ, ਚਾਹੇ ਵਲੀ ਕੰਧਾਰੀ, ਕੌਡਾ, ਰਾਖਸ਼, ਸੱਜਣ, ਠੱਗ, ਹੋਰ ਜੋਗਣੀਆਂ, ਜਾਦੂਗਰਨੀਆਂ, ਜੋ ਵੀ ਮਿਲੇ, ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਭ ਨੂੰ ਇਹੀ ਆਖਿਆ ਕਿ ਭਾਈ ਵਾਹਿਗੁਰੂ ਜਪੋ। ਜਿਹਨੇ ਵੀ ਆਖਿਆ ਮਹਾਰਾਜ ਬਹੁਤ ਦੁਖੀ ਹਾਂ, ਕਿਰਪਾ ਕਰੋ ਸਾਡੇ ਤੇ, ਦਇਆ ਕਰਕੇ ਮਹਾਰਾਜ ਸੁਖ ਦੀ ਦਾਤ ਬਖਸ਼ੋ, ਧੰਨ ਗੁਰੂ ਨਾਨਕ ਮਹਾਰਾਜ ਜੀ ਇਹੀ ਆਖਿਆ, ਬੋਲ ਭਾਈ ਵਾਹਿਗੁਰੂ। ਤੋ ਸਭ ਨੂੰ ਗੁਰੂ ਨਾਨਕ ਸਾਹਿਬ ਜੀਆਂ ਨੇ ਵਾਹਿਗੁਰੂ ਮੰਤਰ ਨਾਲ ਜੋੜਿਆ। ਜਿਨ੍ਹਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਬਚਨ ਮੰਨ ਕੇ ਵਾਹਿਗੁਰੂ ਜਪਿਆ, ਉਹਨਾਂ ਦੇ ਸਾਰੇ ਬੰਧਨ, ਕਰਤਾ, ਭੋਗਤਾ, ਹੰਗਤਾ, ਮਮਤਾ ਤੇ 5 ਪ੍ਰਕਾਰ ਦੇ ਕਲੇਸ਼, ਰਾਗ, ਦਵੈਸ਼, ਅਭਿਨਵੇਸ਼
ਅਸਮਤਾ ਅਵਿਦਿਆ ਸਭ ਕੱਟੇ ਗਏ ਹਨ। ਅਬ ਜੋ ਇੱਕ ਮਨ ਸਿਮਰਹਿ ਨਾਮੂ। ਇਸ ਲਈ ਭਾਈ ਜਿਹੜਾ ਹੁਣ ਇੱਕ ਮਨ ਕਰਕੇ ਇਕਾਗਰ ਹੋ ਕੇ ਵਾਹਿਗੁਰੂ 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 ਨਾਮ ਸਿਮਰੇਗਾ, ਵਾਹਿਗੁਰੂ ਪੂਰਹਿ ਉਰ ਕਾਮੂ। ਉਹ ਵਾਹਿਗੁਰੂ ਅਕਾਲ ਪੁਰਖ ਉਹਦੀ ਹਰੇਕ ਮਨੋ ਕਾਮਨਾਵਾਂ ਇੱਛਾ ਪੂਰੀ ਕਰੇਗਾ ਅੰਤ ਸਮੈ ਗਤ ਲਹੈ ਸੁਖਾਰੇ। ਤੇ ਅੰਤਲੇ ਸਮੇਂ ਉਹ ਪ੍ਰਾਣੀ ਸੌਖੀ ਮੁਕਤੀ ਪ੍ਰਾਪਤ ਕਰ ਲਵੇਗਾ ਜਨਮ ਮਰਨ ਕੇ ਬੰਧ ਨਿਵਾਰੇ। ਤੇ ਜੰਮਣ ਮਰਨ ਦੇ ਸਾਰੇ ਬੰਧਨ ਕੱਟੇ ਜਾਣਗੇ, ਪਰਮੇਸ਼ਰ ਵਿੱਚ ਅਭੇਦ ਹੋਣ ਦਾ ਸੁਭਾਗ ਪ੍ਰਾਪਤ ਹੋਵੇਗਾ। ਜਾਂ ਤੇ ਵਾਹਿਗੁਰੂ ਤੁਮ ਸਿਮਰੋ। ਇਸ ਲਈ ਭਾਈ ਫਿਰਨਾ ਜੀ, ਭਾਈ ਜੇਠਾ ਜੀ ਸੁਣੋ, ਤੁਹਾਨੂੰ ਚਾਹੀਦਾ ਇਸ ਕਰਕੇ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਹੈ ਵਾਹਿਗੁਰੂ 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 ਨਾਮ ਜਪੋ। ਚਾਹੇ ਸਾਰੇ ਨਾਮ ਹੀ ਪਰਮੇਸ਼ਰ ਦੇ ਹੈ, ਰਾਮ ਜਪੇ ਕੋਈ, ਅੱਲਾ ਜਪੇ ਕੋਈ, ਗੁਸਾਈ ਰਹੀਮ ਕਰੀਮ ਕਾਦਰ ਜੋ ਮਰਜੀ ਜਪੇ, ਪਰ ਇਹ ਮੰਤਰ ਸਿੱਧ ਕੀਤਾ ਹੋਇਆ ਹੈ। ਇੱਕ ਜਿਵੇਂ ਹੁੰਦੇ ਨਾ ਮੰਤਰ ਕੋਈ ਸਿੱਧ ਕਰਨਾ ਪੈਂਦਾ, ਇਹ ਜਿਹੜਾ ਗੁਰੂ ਵਾਹਿਗੁਰੂ ਮੰਤਰ ਹੈ, ਜਿਵੇਂ ਕੋਈ ਮੰਤਰ ਪੜੂ ਪਹਿਲਾਂ ਉਹ ਸਿੱਧ ਕਰੂਗਾ ਫਿਰ ਉਹਨੂੰ ਉਹ ਮੰਤਰ ਫਲ ਦੇਊਗਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਵਾਹਿਗੁਰੂ ਆਪ ਮੰਤਰ ਸਿੱਧ ਕੀਤਾ ਹੋਇਆ ਪਹਿਲਾਂ ਹੀ, ਜਿਹੜਾ ਇਹਨੂੰ ਜਪੋ ਉਹਨੂੰ ਮੰਤਰ ਸਿੱਧ ਕਰਨ ਦੀ ਜ਼ਰੂਰਤ ਨਹੀਂ ਪਵੇਗੀ, ਪੜ੍ਹਦਿਆਂ ਸਾਰ ਨੂੰ ਇਹ ਵਾਹਿਗੁਰੂ ਨੂੰ ਫਲ ਦੇਣ ਲੱਗ ਪੈਂਦਾ ਨਾਮ। ਇਸ ਲਈ ਸਾਰਿਆਂ ਤੋਂ ਸ਼੍ਰੇਸ਼ਟ ਨਾਮ ਵਾਹਿਗੁਰੂ ਆਖਿਆ ਹੈ, ਸਤਿਗੁਰੂ ਨਾਨਕ ਸਾਹਿਬ ਜੀਆਂ ਨੇ ਉਪਦੇਸ਼ਿਆ ਹੈ। ਭਾਈ ਤੁਹਾਨੂੰ ਵੀ ਵਾਹਿਗੁਰੂ 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 ਸਿਮਰਨਾ ਚਾਹੀਏ। ਨਿਸ ਦਿਨ ਹਿਰਦੈ ਬਦਨ ਤੇ ਰਰੋ। ਹਾਂ, ਜਪੋ ਨਾਮ ਦਿਨੇ ਰਾਤ ਆਪਣੇ ਮੁਖ ਤੋਂ ਆਖੋ ਵਾਹਿਗੁਰੂ 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 ਜਪਣਾ ਚਾਹੀਏ। ਸਤਿਗੁਰ ਤੁਮਰੇ ਹੋਏ ਸਹਾਏ। ਜਿਹੜਾ ਨਾਮ ਜਪਣ ਵਾਲਾ ਹੈ ਉਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਦੇ ਸਿੱਖ ਦੇ ਸਹਾਇਤਾ ਕਰਨ ਵਾਲੇ ਹੁੰਦੇ ਆ, ਤੁਹਾਡੀ ਵੀ ਸਹਾਇਤਾ ਕਰਨਗੇ। ਦੁਬਿਧਾ ਸਗਰੀ ਦੇਤ ਮਿਟਾਏ। ਤੇ ਮਨ ਵਿੱਚ ਦੁਤੀ ਪਾ ਦੁਬਦਾ ਸਤਿਗੁਰੂ ਸਾਰੀ ਮਿਟਾ ਦਿੰਦੇ ਹਨ। ਅੰਤ ਸਮੇਂ ਸਭ ਬੰਧ ਨਿਕੰਦ। ਤੇ ਅੰਤਲੇ ਸਮੇਂ ਜਿੰਨੇ ਬੰਧਨ ਪਏ ਹੋਏ ਐ ਸੰਸਾਰ ਵਿੱਚ ਉਹ ਸਾਰੇ ਕੱਟ ਹੋ ਜਾਂਦੇ ਐ। ਹੋਵਹੁ ਲੀਨ ਸੱਚ ਦਾ ਆਨੰਦ। ਤੇ ਇਹ ਪਰਮੇਸ਼ਰ ਜਿਹੜਾ ਹੈ ਸੱਚ ਦਾ ਆਨੰਦ ਉਹਦੇ ਵਿੱਚ ਲੀਨ ਹੋ ਜਾਈਦਾ ਹੈ। ਸੁਣ ਸਿੱਖਣ ਭ੍ਰਮ ਕੋ ਨਿਰਵਾਰ। ਹਜ਼ੂਰ ਤੋਂ ਸੁਣ ਕਰਕੇ ਖਾਲਸਾ ਜੀ ਸਾਰਿਆਂ ਸਿੱਖਾਂ ਦਾ ਜਿਹੜੇ ਕੋਈ ਆ ਭਾਈ ਫਿਰਨਾ ਵਰਗੇ ਸੀ, ਭਾਈ ਜੇਠਾ, ਹੋਰ ਜਿਹੜੇ ਸਿੱਖ ਸਨ ਭਾਈ ਚੰਗਾ ਨਾਮ ਦੇ, ਜਿਨ੍ਹਾਂ ਵੀ ਬੇਨਤੀ ਕੀਤੀ ਮਹਾਰਾਜ ਦੀ ਸਿੱਖਿਆ ਸੁਣੀ ਵੀ ਮਹਾਰਾਜ ਕਹਿੰਦੇ ਵਾਹਿਗੁਰੂ ਨਾਮ ਜਪੋ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਿੱਧ ਕੀਤਾ ਹੋਇਆ ਮੰਤਰ ਹੈ ਭਾਈ। ਤੇ ਇਹਨਾਂ ਨੇ ਹਜ਼ੂਰ ਦੀ ਸਿੱਖਿਆ ਸੁਣੀ, ਮਨ ਦਾ ਸਭ ਭਰਮ ਨਾਸ਼ ਹੋ ਗਿਆ ਹੈ। ਵਾਹਿਗੁਰੂ ਸਿਮਰਿਓ ਕਰਤਾਰ। ਸੰਸਾਰ ਦੇ ਕਰਨ ਵਾਲੇ ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਲੱਗ ਗਏ ਹਨ। ਸ੍ਰੀ ਅਰਜਨ ਕੋ ਸੇਵਤ ਰਹੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬੜੀ ਸੇਵਾ ਕੀਤੀ ਇਹਨਾਂ ਤਾਈਂ। ਇਹਨਾਂ ਨੇ ਅੰਤ ਸਮੇਂ ਨੀਕੇ ਸੁਖ ਲਹੇ। ਅੰਤਲੇ ਸਮੇਂ ਬੜੇ ਸੁਖਾਂ ਦੀ ਪ੍ਰਾਪਤੀ ਹੋਈ, ਪਰਮੇਸ਼ਰ ਵਿੱਚ ਲੀਨ ਹੋ ਗਏ ਹਨ। ਤਿੰਨ ਕੋ ਮਿਲੇ ਸੋ ਗੁਰਮਤਿ ਪਾਈ। ਤੇ ਜਿਹੜੇ ਇਹਨਾਂ ਨੂੰ ਮਿਲੇ ਜੀਵਨ ਵਿੱਚ, ਸਿੱਖ ਨੂੰ ਸਿੱਖ ਵੀ ਮਿਲਿਆ, ਉਹਨਾਂ ਨੂੰ ਵੀ ਗੁਰਮਤਿ ਪ੍ਰਾਪਤ ਹੋਈ। ਇਹਨਾਂ ਤਿੰਨਾਂ ਚੌਂ ਦੇ ਨਾਲ ਲੱਗ ਕੇ ਬੜਿਆਂ ਨਗਰਾਂ ਦਾ ਭਲਾ ਹੋਇਆ, ਬੜੇ ਗੁਰਮੁਖ ਤਰੇ ਹਨ। ਜਹ ਕਹਿ ਸਿੱਖੀ ਜਗ ਵਿਦਤਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸਿੱਖੀ ਦਾ ਇਹ ਭਾਈ ਫਿਰਨਾ, ਭਾਈ ਜੇਠਾ, ਭਾਈ ਚੰਗਾ ਵਰਗੇ ਗੁਰਮੁਖਾਂ ਨੇ ਬਹੁਤ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਚਾਰ ਕੀਤਾ, ਬੜੀ ਫਲਾਉਣਾ ਕੀਤੀ ਹੈ। ਦੋਹਰਾ ਵਿਸਾ ਗੋਪੀ ਤੁਲਸੀਆ। ਭਾਈ ਗੋਪੀ ਜੀ, ਭਾਈ ਵਿਸਾ ਜੀ, ਤੀਜੇ ਦਾ ਨਾਮ ਭਾਈ ਤੁਲਸੀਆ ਹੈ। ਭਾਰਦਵਾਜੀ ਵਿਪਰ। ਇਹ ਭਾਰਦਵਾਜੀ ਵਿਪਰ ਸਨ, ਬਾਹਮਣਾਂ ਦੀ ਜਾਤ ਵਿੱਚੋਂ, ਜਿਵੇਂ ਕੋ ਕੁਮਾਰ ਹੈ, ਬੜੇ ਤਰ੍ਹਾਂ ਦੇ ਬ੍ਰਾਹਮਣ ਹੈ। ਇਹ ਭਾਰਦਵਾਜੀ ਬ੍ਰਾਹਮਣ ਹੈ ਸਨ ਤਿੰਨੇ। ਗੋਇੰਦ ਕੇਈ ਭਾਈੜਾ। ਇੱਕ ਭਾਈ ਗੋਇੰਦਾ ਨਾਮ ਦਾ ਸਿੱਖ ਹੈ, ਕਈ ਉਹਦੀ ਜਾਤ ਸੀ। ਤੇ ਭਾਈੜਾ ਜਿਵੇਂ ਕਹਿ ਦਿੰਦੇ ਆ ਭਾਊ, ਆਪਣੇ ਮਾਝੇ ਵਾਲੇ ਕਹਿ ਦਿੰਦੇ, ਮਾਲਵੇ ਵਾਲੇ ਭਾਈ ਜਾਂ ਬਾਈ ਕਹਿ ਦਿੰਦੇ ਆ, ਵੀ ਭਰਾਵਾਂ ਦੇ ਸਦਰ ਸਿੱਖ ਭਾਈ ਗੋਇੰਦਾ ਕਈ ਜਾਤ ਦਾ, ਇਹ ਵੀ ਇਹਨਾਂ ਦੇ ਨਾਲ ਹੈ। ਆਏ ਮਿਲ ਕਰ ਛਿਪਰ। ਤੇ ਇਹ ਸਾਰੇ ਮਿਲ ਕੇ ਮਹਾਰਾਜ ਦੇ ਪਾਸ ਪਹੁੰਚੇ ਆ ਬੜੀ ਛੇਤੀ ਹੀ। ਚੌਪਈ
ਬੰਦਨ ਕਰ ਬੈਠੇ ਸਭ ਪਾਸ। ਹਜ਼ੂਰ ਦੇ ਚਰਨੀ ਮੱਥਾ ਟੇਕ ਕੇ ਸਭ ਹਜ਼ੂਰ ਦੇ ਪਾਸ ਬੈਠ ਗਏ ਹਨ। ਹਾਥ ਜੋੜ ਕੀਨੀ ਅਰਦਾਸ। ਹੱਥ ਬੰਨ ਕੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਨ ਲੱਗ ਪਏ ਐ। ਗੁਰੂ ਗਰੀਬ ਨਿਵਾਜ ਸੁਣਾਈਏ। ਹੇ ਗਰੀਬਾਂ ਨੂੰ ਨਿਵਾਜਣ ਵਾਲੇ ਸ਼ਾਂਤੀ ਦੇ ਪੁੰਜ ਪਾਤਸ਼ਾਹ ਗਰੀਬ ਨਵਾਜ, ਸਾਨੂੰ ਵੀ ਕਿਰਪਾ ਕਰੋ, ਉਪਦੇਸ਼ ਸੁਣਾਉਣਾ ਕਰੋ ਜੀ। ਦਵੈ ਸ਼ਬਦਨ ਮਹਿ ਸੰਸੈ ਪਾਈਏ। ਮਹਾਰਾਜ ਪੁੱਛਦੇ ਕੀ ਸੁਣਨਾ ਭਾਈ? ਕਹਿੰਦੇ ਪਾਤਸ਼ਾਹ ਸਾਡੇ ਮਨ ਵਿੱਚ ਸ਼ੰਕਾ ਹੈ। ਗੁਰਬਾਣੀ ਵਿੱਚ ਆਏ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦਾਂ ਦੇ ਪਰਥਾਏ, ਜਿਹੜੇ ਦੋ ਸ਼ਬਦ ਵੱਖੋ ਵੱਖਰੇ ਰਾਗਾਂ ਵਿੱਚ ਹੈ, ਸਾਡੇ ਮਨ ਵਿੱਚ ਉਹਨਾਂ ਦੇ ਪਰਥਾਏ ਸ਼ੰਕਾ ਹੈ। ਨਾਮਦੇਵ ਜਨ ਸ਼ਬਦ ਸੁਨਾਏ। ਭਗਤ ਪਿਆਰੇ ਬਾਬਾ ਨਾਮਦੇਵ ਜੀਆਂ ਨੇ ਸ਼ਬਦ ਬਣਾਏ ਸੁਣਾਏ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਦਵੈ ਥਲ ਰਾਗਣ ਬਿਖੈ ਟਿਕਾਏ। ਤੇ ਦੋਵੇਂ ਹੀ ਵੱਖੋ ਵੱਖਰੇ ਰਾਗਾਂ ਦੇ ਹਨ। ਦੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੱਖੋ ਵੱਖਰੇ ਦੋ ਰਾਗਾਂ ਵਿੱਚ ਅਸੀਂ ਸ਼ਬਦ ਪੜ੍ਹੇ ਹੋਏ ਆ, ਬਾਬਾ ਨਾਮਦੇਵ ਜੀ ਦੇ ਲਿਖੇ ਆ। ਦੋਨਾਂ ਮੈਂ ਵਿਰੋਧ ਦੇਖ ਪਾਏ। ਤੇ ਬਾਬਾ ਨਾਮਦੇਵ ਜੀ ਦੇ ਉਚਾਰੇ ਹੋਏ ਦੋਵਾਂ ਸ਼ਬਦਾਂ ਵਿੱਚ ਇੱਕ ਦੂਜੇ ਦਾ ਵਿਰੋਧ ਹੋਈ ਜਾਂਦਾ ਹੈ। ਮਹਾਰਾਜ ਇੱਕ ਸ਼ਬਦ ਦੇ ਅਰਥ ਦੂਜੇ ਸ਼ਬਦ ਦਾ ਖੰਡਨ ਕਰੀ ਜਾਂਦੇ ਆ, ਦੂਜੇ ਸ਼ਬਦ ਦੇ ਅਰਥ ਉਸ ਸ਼ਬਦ ਦਾ ਖੰਡਨ ਕਰੀ ਜਾਂਦੇ ਆ, ਇੱਕ ਦੂਜੇ ਦਾ ਹੀ ਖੰਡਨ ਕਰੀ ਜਾਂਦੇ ਆ। ਦੋ ਸ਼ਬਦ ਇੱਕ ਦੂਜੇ ਦੇ ਅਰਥਾਂ ਵਿੱਚ ਵਿਰੋਧੀ ਹਨ। ਏਕ ਭਗਤ ਕੇ ਦੋ ਸੁਹਾਏ। ਤੇ ਨਾਲੇ ਮਹਾਰਾਜ ਇਹ ਵੀ ਨਹੀਂ ਵੀ ਦੋ ਭਗਤਾਂ ਦੇ ਹੁਣ, ਕੱਲੇ ਬਾਬਾ ਨਾਮਦੇਵ ਜੀ ਦੇ ਆਪਦੇ ਸ਼ਬਦ ਹੀ ਇੱਕ ਦੂਜੇ ਦੀ ਘਾਟ ਕਰੀ ਜਾਂਦੇ ਆ, ਇੱਕ ਦੂਜੇ ਦਾ ਮੰਡਣ ਵਿਰੋਧ ਕਰੀ ਜਾਂਦੇ ਆ। ਦੋਵੇਂ ਸੁਭਾਏਮਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਦਰਜ ਹਨ। ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ। ਆ ਸ਼ਬਦ ਕਹਿੰਦੇ ਮਹਾਰਾਜ ਸਾਡੇ ਮਨ ਵਿੱਚ ਹੈ ਵੀ ਬਾਬਾ ਨਾਮਦੇਵ ਜੀ ਨੇ ਇੱਕ ਉਚਾਰਨਾ ਕੀਤਾ ਸ਼ਬਦ ਵੀ ਪਾਂਡੇ ਹੇ ਬ੍ਰਾਹਮਣ, ਤੇਰਾ ਰਾਮਚੰਦਰ ਜਿਹੜਾ ਸ਼੍ਰੀ ਰਾਮਚੰਦਰ ਹੈ ਮੈਂ ਵੇਖਿਆ ਸਮਾਧੀ ਦੁਆਰਾ। ਬਾਬਾ ਨਾਮਦੇਵ ਜੀ ਕਹਿੰਦੇ ਅਸੀਂ ਸਮਾਧੀ ਦੁਆਰਾ ਉਹ ਵੀ ਤੇਰਾ ਰਾਮਚੰਦਰ ਇਸ ਸੰਸਾਰ ਤੇ ਆਉਂਦਾ ਜਾਂਦਾ ਵੇਖਿਆ ਹੈ। ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਜਦੋਂ ਰਾਵਣ ਦੇ ਨਾਲ ਸ਼੍ਰੀ ਰਾਮਚੰਦਰ, ਹੇ ਬ੍ਰਾਹਮਣ ਪਾਂਡੇ, ਤੇਰੇ ਰਾਮਚੰਦਰ ਦੀ ਜਦੋਂ ਸਰਬਰ ਕਹੀਏ ਬਰਾਬਰੀ ਹੋਈ ਨਾ, ਮੱਥਾ ਲੱਗਾ ਰਾਵਣ ਦੇ ਨਾਲ, ਤੇ ਸਰਬਰ ਦੇ ਅਰਥ ਸਾਰ ਨਾਮ ਤੀਰਾਂ ਦਾ, ਬਰ ਨਾਮ ਵਰਖਾ ਦਾ ਹੀ ਹੈ। ਤੇ ਸਰਬਰ ਤੀਰਾਂ ਦੀ ਵਰਖਾ ਭਾਵ ਯੁੱਧ। ਜਦੋਂ ਰਾਮਚੰਦਰ ਦਾ ਯੁੱਧ ਹੋਇਆ ਨਾ ਤੇਰੇ ਰਾਮਚੰਦਰ ਦਾ ਰਾਵਣ ਨਾਲ, ਤੇ ਘਰ ਕੀ ਜੋਏ ਗਵਾਈ ਥੀ, ਆਪਦੀ ਘਰ ਵਾਲੀ ਇਸਤਰੀ ਆਪਣੀ ਪਤਨੀ ਇਹਨੇ ਖਵਾ ਦਿੱਤੀ ਸੀ, ਰਾਵਣ ਚੁੱਕ ਕੇ ਲੈ ਗਿਆ ਸੀ। ਪੁਨਾ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ। ਮਹਾਰਾਜ ਬਾਬਾ ਨਾਮਦੇਵ ਜੀਆਂ ਸ਼ਬਦ ਉਚਾਰਿਆ ਵੀ ਇਹਦੇ ਵਿੱਚ ਰਾਮਚੰਦਰ ਤੇ ਤਰਕ ਕੀਤੀ ਹੈ, ਤੇ ਦੂਸਰੇ ਪਾਸੇ ਬਾਬਾ ਨਾਮਦੇਵ ਜੀਆਂ ਵੀ ਸ਼ਬਦ ਉਚਾਰਿਆ ਵੀ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ, ਵੀ ਜਿਹੜਾ ਦਸ਼ਰਥ ਰਾਜਾ ਹੈ ਉਹਦਾ ਨੰਦ ਪੁੱਤਰ ਜਿਹੜਾ ਰਾਮਚੰਦਰ ਹੈ। ਬਾਬਾ ਨਾਮਦੇਵ ਜੀ ਕਹਿੰਦੇ ਉਹ ਸਾਡੇ ਦਿਲ ਦਾ ਮਾਲਕ ਹੈ, ਸਾਡੀ ਰੂਹ ਦਾ ਸੁਆਮੀ ਹੈ, ਰੂਹ ਦਾ ਮਾਲਕ ਰਾਜਾ ਹੈ। ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ। ਤੇ ਨਾਮਦੇਵ ਜੀ ਕਹਿੰਦੇ ਪ੍ਰਣਵੈ ਕਹਿੰਦਾ ਹੈ ਨਾਮਾ ਨਾਮਦੇਵ ਜੀ, ਤਤ ਰਸ ਪੀਜੈ, ਉਸ ਰਾਮਚੰਦਰ ਦੇ ਧਿਆਨ ਦੁਆਰਾ ਹੀ ਜਾਂ ਉਹਦਾ ਅਰਾਧਨ ਕਰਕੇ ਉਪਾਸ਼ਨਾ ਕਰਕੇ ਹੀ ਅਸੀਂ ਆਪ ਦੇ ਹਿਰਦੇ ਅੰਦਰੋਂ ਅੰਮ੍ਰਿਤ ਰਸ ਪੀ ਰਹੇ ਹਾਂ। ਹੁਣ ਮਹਾਰਾਜ ਦੱਸੋ ਵੀ ਇੱਕ ਸ਼ਬਦ ਵਿੱਚ ਰਾਮਚੰਦਰ ਦਾ ਖੰਡਨ ਹੋਇਆ ਤੇ ਦੂਜੇ ਸ਼ਬਦ ਵਿੱਚ ਉਹੀ ਬਾਬਾ ਨਾਮਦੇਵ ਜੀ ਜਿਹੜੇ ਹੈ ਗੁਰਬਾਣੀ ਦੇ ਵਿੱਚ ਰਾਮਕਲੀ ਰਾਗ ਵਿੱਚ ਦਸ਼ਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ, ਇਹ ਬਚਨ ਕਹਿ ਕੇ ਉਸੇ ਰਾਮ ਦੀ ਭਗਤੀ ਦਾ ਜ਼ਿਕਰ ਕਰਦੇ ਵੀ ਅਸੀਂ ਰਾਮਚੰਦਰ ਨੂੰ ਮੰਨਣ ਵਾਲੇ ਜਾਂ ਉਸ ਰਾਮਚੰਦਰ ਦੇ ਜਿਹੜੇ ਵੈ ਧਿਆਨ ਦੁਆਰਾ ਅੰਮ੍ਰਿਤ ਰਸ ਪੀਂਦੇ ਹਾਂ। ਚੌਪਈ ਪ੍ਰਥਮ ਸ਼ਬਦ ਮਹਿ ਜਾਨੀ ਪਰੈ। ਪਾਤਸ਼ਾਹ ਮਹਾਰਾਜ ਪਹਿਲੇ ਸ਼ਬਦ ਵਿੱਚ ਤਾਂ ਆਹ ਗੱਲ ਜਾਨੀ ਪੈਂਦੀ ਹੈ, ਆਹ ਦਿਸ ਰਿਹਾ ਅਰਥਾਂ ਦੁਆਰਾ। ਤਰਕ ਈਸ ਅਵਤਾਰਨ ਕਰੈ। ਵੀ ਬਾਬਾ ਨਾਮਦੇਵ ਜੀਆਂ ਜਿਹੜੇ ਈਸ਼ਵਰ ਦੇ ਅਵਤਾਰ ਹੋਏ ਆ ਉਹਨਾਂ ਤੇ ਤਰਕ ਕੀਤੀ, ਵੀ ਰਾਮਚੰਦਰ ਦੇ ਉੱਪਰ ਵੀ ਤਰਕ ਕੀਤੀ ਹੈ। ਦੁਤੀਏ ਮਹਿ ਮਹਿਮਾ ਅਵਤਾਰ। ਤੇ ਉਸੇ ਅਵਤਾਰ ਰਾਮਚੰਦਰ ਜੀ ਦੂਜੇ ਸ਼ਬਦ ਦੇ ਵਿੱਚ ਜਿਹੜੇ ਹੈ ਬਾਬਾ ਨਾਮਦੇਵ ਜੀ
ਉਹਨਾਂ ਨੇ ਦੂਜੇ ਸ਼ਬਦ ਦੇ ਵਿੱਚ ਰਾਮਚੰਦਰ ਦੀ ਮਹਿਮਾ ਕੀਤੀ ਹੈ। ਨਾਮਦੇਵ ਨੇ ਕੀਨ ਉਚਾਰ। ਇਹ ਦੋਵੇਂ ਸ਼ਬਦ ਹੀ ਧੰਨ ਬਾਬਾ ਨਾਮਦੇਵ ਜੀ ਨੇ ਗੁਰਬਾਣੀ ਅੰਦਰ ਉਚਾਰੇ ਹਨ। ਅਰਥ ਵਿਵਸਥਾ ਕੈਸੇ ਹੋਏ। ਮਹਾਰਾਜ ਅਰਥਾਂ ਦੀ ਹਾਲਤ ਹੁਣ ਕਿਸ ਤਰ੍ਹਾਂ ਹੋਵੇਗੀ, ਅਰਥਾਂ ਦੀ ਮਹਾਰਾਜ ਕੀ ਹਾਲਤ ਮਰਿਆਦਾ ਹੋਵੇਗੀ। ਹਮ ਕਿਮ ਸਮਝਹਿ ਉੱਚ ਰਹਸੋ। ਤੁਸੀਂ ਦੱਸੋ ਮਹਾਰਾਜ ਵੀ ਜੇ ਪਹਿਲੀ ਪੰਕਤੀ ਪੜ੍ਹਦੇ ਤੇ ਰਾਮ ਦਾ ਖੰਡਣਾ, ਦੂਜੀ ਪੰਕਤੀ ਪੜ੍ਹਦੇ ਤੇ ਅਵਤਾਰ ਦੀ ਮਹਿਮਾ ਕੀਤੀ ਰਾਮਚੰਦਰ ਦੀ। ਮਹਾਰਾਜ ਕਿਰਪਾ ਕਰੋ ਵੀ ਅਸੀਂ ਕਿਵੇਂ ਸਮਝਾਂਗੇ ਇਸ ਗੱਲ ਨੂੰ। ਇਹ ਆਪ ਦਇਆ ਕਰਕੇ ਸਾਡਾ ਸ਼ੰਕਾ ਨਿਵਰਤ ਕਰਨਾ ਕਰੋ ਜੀ। ਸੁਣ ਸ਼੍ਰੀ ਅਰਜਨ ਵਾਕ ਉਚਾਰਾ। ਸੁਣ ਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ ਐ। ਨਿਰਗੁਣ ਸਰਗੁਣ ਦਵੈ ਪਖ ਧਾਰਾ। ਮਹਾਰਾਜ ਕਹਿੰਦੇ ਸ਼ਬਦ ਜਿਹੜਾ ਪਹਿਲਾ ਹੈ ਨਾ, ਪਾਂਡੇ ਤੁਮਰਾ ਰਾਮਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਇਹ ਜਿਹੜਾ ਸ਼ਬਦ ਹੈ ਮਹਾਰਾਜ ਕਹਿੰਦੇ ਉਹਨਾਂ ਦੇ ਪਰਥਾਏ ਬਾਬਾ ਨਾਮਦੇਵ ਜੀਆਂ ਉਚਾਰਾ, ਜਿਨ੍ਹਾਂ ਨੇ ਨਿਰਗੁਣ ਤੇ ਸਰਗੁਣ ਪਰਮੇਸ਼ਰ ਦਾ ਸਰੂਪ ਤਾਂ ਇੱਕ ਆ ਤੇ ਨਿਰਗੁਣ ਤੇ ਸਰਗੁਣ ਦਾ ਧੜਾ ਬਣਾਇਆ ਹੋਇਆ। ਵੀ ਜਿਵੇਂ ਵੀ ਨਿਰਗੁਣ ਨੂੰ ਨਹੀਂ ਨਾ, ਉਸ ਰਾਮ ਨੂੰ ਕੌਣ ਜਾਣਦਾ। ਕਈ ਰਾਮਚੰਦਰ ਨੂੰ ਪੂਜੀ ਜਾਂਦੇ, ਉਸ ਰਾਮਚੰਦਰ ਨੂੰ ਨਹੀਂ ਕੋਈ ਜਾਣਦਾ। ਤੇ ਜਿਵੇਂ ਆ ਪਿੱਛੇ ਜਿਹਾ ਮਸਜਿਦ ਦਾ ਰੌਲਾ ਪਿਆ ਆ, ਉਥੇ ਇੱਕ ਕਿਸੇ ਨੂੰ ਡਾਕੂਮੈਂਟਰੀ ਫਿਲਮ ਬਣਾਈ ਛੋਟੀ ਜੀ, ਤੇ ਉੱਥੇ ਇੱਕ ਲੜਕੀ ਬਣਾਈ ਹੈ, ਉਹ ਮੁਸਲਮਾਨਾਂ ਦੀ ਉਹਨੇ ਹਿਜਾਬ ਪਹਿਨਿਆ ਹੋਇਆ। ਉਹ ਬੀਬੀ ਨਮਾਜ਼ ਪੜ੍ਹਨ ਲੱਗੀ ਕਿਉਂਕਿ ਉੱਥੇ ਮਸਜਿਦ ਰਹੀ ਹੈ ਬਾਬਰੀ, ਹੁਣ ਉਹ ਮੰਦਿਰ ਦਾ ਨਿਰਮਾਣ ਹੋ ਰਿਹਾ ਉੱਥੇ। ਤੇ ਉਹ ਜਦੋਂ ਵਿਛਾ ਕੇ ਮੁਸੱਲਾ ਤੇ ਨਮਾਜ਼ ਪੜ੍ਹਨ ਲੱਗੀ, ਤੇ ਉੱਥੇ ਜਿਹੜੇ ਹੈ ਤਾਂ ਫਿਲਮ ਹੀ ਆ ਡਾਕੂਮੈਂਟਰੀ ਛੋਟੀ 5-10 ਮਿੰਟ ਦੀ, ਤੇ ਉੱਥੇ ਜਿਹੜਾ ਪਾਂਡਾ ਹੈ ਬ੍ਰਾਹਮਣ ਹੈ, ਉਹ ਉੱਚੀ ਗਰਜ ਕੇ ਬੋਲਦਾ ਵੀ ਤੂੰ ਇੱਥੇ ਨਹੀਂ ਨਮਾਜ਼ ਪੜ੍ਹ ਸਕਦੀ। ਤੇ ਉਹ ਬੀਬੀ ਨੇ ਫਿਰ ਜਵਾਬ ਦਿੱਤਾ ਵੀ ਹੁਣ ਕੀ ਅੱਲਾ ਹੁਣ ਇੱਥੇ ਨਹੀਂ ਰਿਹਾ, ਵੀ ਅੱਲਾ ਜੇ ਮਸੀਤ ਹੈ, ਜੇ ਇੱਥੇ ਮਸੀਤ ਨਹੀਂ ਤੇ ਕੀ ਹੁਣ ਅੱਲਾ ਇੱਥੇ ਨਹੀਂ ਹੈ। ਤੇ ਜਦੋਂ ਇੱਥੇ ਮਸੀਤ ਸੀ ਕਿ ਉਦੋਂ ਰਾਮ ਇੱਥੇ ਨਹੀਂ ਹੈ ਸੀ। ਵੀ ਉਹ ਖਾਲਸਾ ਜੀ ਕਿੱਡੀ ਮੂਰਖਤਾ ਵੀ ਚਾਹੇ ਰਾਮ ਦਾ ਘਰ ਬਣਿਆ ਚਾਹੇ ਅੱਲਾ ਦਾ ਬਣਿਆ ਤਾਂ ਪਰਮੇਸ਼ਰ ਦਾ ਹੀ ਹੈ ਨਾ। ਇਹ ਸਰਗੁਣ ਸਰੂਪ ਦਾ ਝਗੜਾ ਹੈ। ਉਹ ਕਹਿੰਦੇ ਨਹੀਂ ਜੀ ਮੁਹੰਮਦ ਸਾਹਿਬ ਵੱਡੇ ਹੈ, ਉਹ ਕਹਿੰਦੇ ਨਹੀਂ ਜੀ ਰਾਮਚੰਦਰ ਵੱਡਾ। ਤੇ ਇਹ ਦੋਵੇਂ ਸਰਗੁਣ ਸਰੂਪ ਹੈ, ਨਿਰਗੁਣ ਸਰੂਪ ਉਹ ਇੱਕ ਹੀ ਹੈ। ਪਰ ਜਿਨ੍ਹਾਂ ਨੇ ਧੜੇ ਬਣਾਏ ਹੋਏ ਆ, ਪੱਖਪਾਤ ਪੈਦਾ ਕੀਤਾ ਹੋਇਆ ਧਰਮ ਦੇ ਨਾਂ 'ਤੇ ਕੀ ਕੁਝ ਹੋ ਰਿਹਾ ਖਾਲਸਾ ਜੀ, ਉਹਨਾਂ ਵਾਸਤੇ ਬਾਬਾ ਨਾਮਦੇਵ ਜੀਆਂ ਫਿਰ, ਕਿਉਂਕਿ ਉਹਨਾਂ ਸਮੇਂ 'ਚ ਪਾਂਡਿਆਂ ਦਾ ਬੜਾ ਜ਼ੋਰ ਸੀ। ਤੁਸੀਂ ਸੁਣੀ ਅਕਸਰ ਇਹ ਸਾਖੀ, ਜਦੋਂ ਬਾਬਾ ਨਾਮਦੇਵ ਜੀ ਮੰਦਿਰ ਵਿੱਚ ਗਏ ਹੈ ਦਰਸ਼ਨ ਕਰਨ ਵਾਸਤੇ, ਭਗਵਾਨ ਦੇ ਨਾਲ ਕਵਾਰ ਬੰਦ ਕਰ ਲਏ। ਫਿਰ ਇੱਕ ਦਿਨ ਕਿਤੇ ਬੈਠੇ ਵੇਖ ਲਿਆ ਤੇ ਬਾਂਹ ਫੜ ਕੇ ਬਾਬਾ ਨਾਮਦੇਵ ਨੂੰ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ। ਆਖਿਆ ਇਹ ਜਾਤ ਦਾ ਸ਼ੀਂਬਾ, ਇਹ ਇੱਥੇ ਕੀ ਕਰਦਾ ਨੀਵੀਂ ਜਾਤ ਦਾ, ਤੇਰੇ ਵਾਸਤੇ ਪਰਮੇਸ਼ਰ ਦੇ ਮੰਦਿਰ ਵਿੱਚ ਕੋਈ ਥਾਂ ਨਹੀਂ। ਤੋ ਬਾਬਾ ਨਾਮਦੇਵ ਜੀ ਬੜੀ ਵਿਰਾਗਮਈ ਸ਼ਬਦ ਵੀ ਉਚਾਰਿਆ ਸੀ, ਹੀਨੜੀ ਜਾਤ ਮੇਰੀ ਜਾਤ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕਉ ਆਇਆ, ਲੈ ਕੇ ਕਮਲੀ ਚੱਲਿਆ ਪਲਟਾਏ, ਦੇਹੁਰੇ ਪਾਛੈ ਬੈਠਾ ਜਾਏ। ਮਾਰੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਤੇਰੇ ਘਰ ਵਿੱਚੋਂ। ਤੋ ਇਸ ਤਰ੍ਹਾਂ ਵੀ ਉਹ ਜਿਹੜੇ ਮਹਾਰਾਜ ਕਹਿੰਦੇ ਪੱਖਪਾਤ ਕੀਤਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਂ 'ਤੇ ਸੰਸਾਰ 'ਤੇ, ਉਹਨਾਂ ਵਾਸਤੇ ਬਾਬਾ ਨਾਮਦੇਵ ਜੀਆਂ ਨੇ ਸ਼ਬਦ ਉਚਾਰਿਆ। ਜਿਵੇਂ ਤੁਲਸੀਦਾਸ ਇਹ ਰਾਮ ਦੇ ਉਪਾਸ਼ਕ ਸਨ, ਤੇ ਵਿਸ਼ਨੂੰ ਦੇ ਅਵਤਾਰ ਰਾਮਚੰਦਰ ਜੀ ਹੋਏ ਹੈ, ਵਿਸ਼ਨੂੰ ਦੇ ਅਵਤਾਰ ਹੀ ਕ੍ਰਿਸ਼ਨ ਭਗਵਾਨ ਹੋਏ ਹੈ। ਕਹਿੰਦੇ ਇੱਕ ਵਾਰੀ ਤੁਲਸੀਦਾਸ ਤੁਰੇ ਜਾਣ ਤੇ ਇਹਨਾਂ ਨੇ ਇੱਕ ਮੰਦਿਰ ਵਿੱਚ ਮੂਰਤੀ ਵੇਖੀ, ਸ਼੍ਰੀ ਭਗਵਾਨ ਕ੍ਰਿਸ਼ਨ ਜੀ ਬੈਠੇ ਆ, ਨਾਲ ਰਾਧਾ ਉਹਨਾਂ ਦੀ ਅਰਧਾਂਗਣੀ ਬੈਠੀ ਆ, ਨਾਲ ਬਲਭੱਦਰ ਜੀ ਬੈਠੇ ਆ, ਤੇ ਇੱਕ ਬਲਦ ਜਿਹਾ ਬਣਿਆ ਹੋਇਆ ਉਹਦੇ ਉੱਪਰ ਹੱਥ ਫੇਰ ਰਹੇ ਕ੍ਰਿਸ਼ਨ ਭਗਵਾਨ ਜੀ। ਇੱਕ ਹੱਥ ਵਿੱਚ ਜਾਂ ਬੰਸਰੀ ਜੀਆਂ ਪਕੜੀ ਹੋਈ ਆ, ਚਲੋ ਸੀਸ ਤੇ ਮੋਰ ਪੰਖ ਸ਼ੋਭਾ ਪਾਉਂਦੇ।
ਤੇ ਤੁਲਸੀਦਾਸ ਜੀ ਕਹਿੰਦੇ ਵੀ ਵਾਕਿਆ ਸੋਭਾ ਹੈ ਭਗਵਾਨ ਕ੍ਰਿਸ਼ਨ ਤੁਹਾਡੀ ਖੂਬ ਛੱਜ ਰਹੇ ਹੋ, ਬਹੁਤ ਸੋਭਾ ਪਾ ਰਹੇ, ਪਰ ਮੈਂ ਤੁਹਾਨੂੰ ਮੱਥਾ ਨਹੀਂ ਟੇਕਾਂਗਾ। ਮੱਥਾ ਮੈਂ ਤੁਹਾਨੂੰ ਤਾਂ ਟੇਕਦਾ ਜੇ ਤੁਹਾਡੇ ਹੱਥ ਵਿੱਚ ਧਨੁੱਖ ਤੇ ਤੀਰ ਹੁੰਦਾ, ਭਾਵ ਵੀ ਤੁਸੀਂ ਰਾਮਚੰਦਰ ਹੁੰਦੇ। ਵੀ ਇਸ ਤਰ੍ਹਾਂ ਹੁਣ ਵੀ ਜਿਹੜੇ ਵੇਖੀ ਦਾ ਮੰਦਿਰ ਵਿੱਚ ਨਾ, ਜਿੱਥੇ ਕ੍ਰਿਸ਼ਨ ਭਗਵਾਨ ਦਾ ਕੋਈ ਆਰਾਧਨ ਕਰਦੇ ਜਿਹੜੇ ਪਰਿਵਾਰ, ਉਹ ਰਾਮਚੰਦਰ ਦਾ ਆਰਾਧਨ ਨਹੀਂ ਕਰਦੇ। ਜਿਹੜੇ ਰਾਮਚੰਦਰ ਦਾ ਆਰਾਧਨ ਕਰਦੇ ਹਿੰਦੂ ਮਤ ਅੰਦਰ, ਉਹ ਕ੍ਰਿਸ਼ਨ ਭਗਵਾਨ ਦਾ ਆਰਾਧਨ ਨਹੀਂ ਕਰਦੇ। ਹਾਲਾਂਕਿ ਕ੍ਰਿਸ਼ਨ ਤੇ ਜਿਹੜੇ ਰਾਮਚੰਦਰ ਹੈ ਵਿਸ਼ਨੂੰ ਦੇ ਅਵਤਾਰ ਹੋਏ ਹੈ। ਤਾਂ ਉਹਨਾਂ ਵਾਸਤੇ ਮਹਾਰਾਜ ਨੇ ਕਹਿੰਦੇ ਵੀ ਭਾਈ ਬਾਬਾ ਨਾਮਦੇਵ ਜੀ ਜਿਹੜੇ ਆ, ਉਹਨਾਂ ਨੇ ਸ਼ਬਦ ਉਚਾਰਿਆ ਜਦੋਂ ਪਾਂਡਿਆਂ ਨੇ ਉਸ ਪਰਮੇਸ਼ਰ ਨੂੰ ਛੱਡ ਕੇ ਕੇਵਲ ਰਾਮ ਨੂੰ ਹੀ ਸਭ ਕੁਝ ਦੱਸਿਆ ਹੈ। ਉੱਥੇ ਫਿਰ ਬਾਬਾ ਨਾਮਦੇਵ ਜੀਆਂ ਪੱਖਪਾਤ ਨਿਰਗੁਣ ਤੇ ਸਰਗੁਣ ਦਾ ਧੜਾ ਬਣਾਉਣ ਵਾਲਿਆਂ ਨੂੰ ਇਹ ਬਚਨ ਆਖਿਆ ਹੈ। ਨਿਰਗੁਣ ਸਰਗੁਣ ਦਵੈ ਪਖ ਧਾਰਾ, ਜਿਨ੍ਹਾਂ ਨੇ ਆਪਦੇ ਹਿਰਦੇ ਵਿੱਚ ਨਿਰਗੁਣ ਦਾ ਤੇ ਸਰਗੁਣ ਦਾ ਦੋਹਾਂ ਦਾ ਧੜਾ ਬਣਾਇਆ ਹੈ। ਦੋਨਾਂ ਕੀ ਉਪਾਸਨਾ ਨਿਆਰੀ, ਤੇ ਜਿਹੜੇ ਦੋਵਾਂ ਦੀ ਵੱਖੋ ਵੱਖਰੀ ਉਪਾਸਨਾ ਕਰਦੇ, ਕਹਿੰਦੇ ਪਰਮੇਸ਼ਰ ਹੋਰ ਹੈ ਤੇ ਰਾਮਚੰਦਰ ਹੋਰ ਹੈ। ਕਿਨਹਾ ਧਰੀ ਨਿਜ ਹਿਰਦੈ ਮਝਾਰੀ, ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਇਹ ਗੱਲ ਧਾਰਨਾ ਕੀਤੀ ਕੁਝ ਕੁ ਲੋਕਾਂ ਨੇ, ਜੈਸੇ ਸਾਗਰ ਜਾਏ ਨਿਹਾਰੇ। ਮਹਾਰਾਜ ਕਹਿੰਦੇ ਉਹ ਤਾਂ ਇਸ ਤਰ੍ਹਾਂ ਗੱਲ ਹੈ ਵੀ ਜਿਵੇਂ ਕੋਈ ਮਨੁੱਖ ਸਮੁੰਦਰ ਵੇਖ ਆਵੇ, ਜਾ ਕੇ ਸਮੁੰਦਰ ਦੇ ਕੰਢੇ ਖੜ ਕੇ ਸਮੁੰਦਰ ਨੂੰ ਝਾਤੀ ਮਾਰਦਾ ਹੈ। ਜਿਸ ਤੇ ਉਠਹਿ ਤਰੰਗ ਹਜ਼ਾਰੇ, ਤੇ ਹਜ਼ਾਰਾਂ ਤਰੰਗਾਂ ਛੋਟੀਆਂ ਵੱਡੀਆਂ ਲਹਿਰਾਂ ਉੱਠਦੀਆਂ ਪਾਣੀ ਵਿੱਚ ਦਿਸੀਆਂ ਹਨ। ਨਦੀ ਜਾਏ ਕਰ ਜਬਹਿ ਨਿਹਾਰੀ, ਤੇ ਉਹ ਸਮੁੰਦਰ ਤੋਂ ਹਟ ਕੇ ਜਦੋਂ ਨਦੀ ਦੇ ਕੰਢੇ ਜਾ ਕੇ ਨਦੀ ਵੱਲ ਵੇਖਦਾ ਹੈ, ਸੋਈ ਸਾਗਰ ਤਾਹੇ ਵਿਚਾਰੀ। ਤੇ ਉਹੀ ਪਾਣੀ ਨਦੀ 'ਚ ਉਵੇਂ ਹੀ ਲਹਿਰਾਂ ਉੱਡਦੀਆਂ ਹੋਈਆਂ ਖੜੀਆਂ ਹੁੰਦੀਆਂ ਪਾਣੀ ਵਿੱਚ ਦਿਸਦੀਆਂ, ਵੀ ਨਦੀ ਵਿੱਚ ਵੀ ਪਾਣੀ ਹੈ ਤੇ ਸਮੁੰਦਰ ਵਿੱਚ ਵੀ ਪਾਣੀ। ਲਹਿਰਾਂ ਨਦੀ ਵਿੱਚ ਵੀ ਉੱਠ ਰਹੀਆਂ ਤੇ ਸਮੁੰਦਰ ਵਿੱਚ ਵੀ ਉੱਠਦੀਆਂ ਵਿਚਾਰੀਆਂ ਹਨ, ਦੇਖੀਆਂ ਹਨ। ਜਲ ਸਰੂਪ ਸਭ ਏਕ ਨਿਹਾਰਾ, ਵੀ ਜਲ ਦਾ ਸਰੂਪ ਤਾਂ ਸਮੁੰਦਰ ਵਿੱਚ ਵੀ ਉਹ ਹੈ ਤੇ ਨਦੀ ਵਿੱਚ ਵੀ ਇੱਕੋ। ਇਸ ਤਰ੍ਹਾਂ ਜਦੋਂ ਵੇਖਿਆ ਹੈ, ਤਿਮ ਸ਼੍ਰੀ ਪ੍ਰਭ ਕੇ ਗਣ ਅਵਤਾਰਾ। ਭਾਈ ਇਸ ਤਰ੍ਹਾਂ ਹੀ ਪਰਮੇਸ਼ਰ ਦੇ ਬੜੇ ਅਵਤਾਰ ਹੋਏ ਹੈ। ਜਿਹੜੇ ਅਵਤਾਰ ਹੈ ਉਹ ਨਦੀਆਂ ਦੀ ਨਿਆਈਆਂ ਹੈ ਸਰਗੁਣ ਸਰੂਪ ਵਿੱਚ, ਤੇ ਨਿਰਗੁਣ ਸਰੂਪ ਵਿੱਚ ਜਿਹੜਾ ਪਰਮੇਸ਼ਰ ਹੈ ਉਹ ਇੱਕ ਹੀ ਹੈ ਸਮੁੰਦਰ ਵਾਂਗੂ। ਜਾਂ ਉਹ ਸਾਗਰ ਤੇ ਨਦੀਆਂ ਦੇ ਵਿੱਚ ਸਮਤਾ ਬਰਾਬਰੀ ਕੀ, ਵੀ ਸਾਗਰ ਵਿੱਚ ਵੀ ਪਾਣੀ ਹੈ ਤੇ ਨਦੀ ਵਿੱਚ ਵੀ ਪਾਣੀ। ਜੀਵ ਤੇ ਈਸ਼ ਦੇ ਵਿੱਚ ਕੀ ਬਰਾਬਰੀ ਹੈ, ਵੀ ਚੇਤਨ ਸੱਤਾ ਪਰਮੇਸ਼ਰ ਦਾ ਸਤ ਚਿਤਾਨੰਦ ਉਹ ਜੀਵ ਵਿੱਚ ਵੀ ਬੈਠਾ ਹੈ, ਸਤ ਚਿਦਾਨੰਦ ਉਹ ਈਸ਼ ਵਿੱਚ ਵੀ ਬੈਠਾ ਹੈ। ਸਤ ਚਿਤ ਆਨੰਦ ਰੂਪ ਜੇ ਲਹਿਓ, ਜਿਵੇਂ ਸਮੁੰਦਰ ਤੇ ਨਦੀ ਵਿੱਚ ਪਾਣੀ ਦੀ ਬਰਾਬਰੀ ਹੈ, ਇਸ ਤਰ੍ਹਾਂ ਜੀਵ ਈਸ਼ ਜਾਂ ਨਿਰਗੁਣ ਸਰਗੁਣ ਦੇ ਵਿੱਚ ਉਹ ਸਤ ਚਿਦਾਨੰਦ ਪਰਮੇਸ਼ਰ ਦੇਖੀਦਾ ਹੈ। ਸਭ ਕੋ ਸੱਤਾ ਦੇ ਸੋ ਰਹਿਓ, ਤੇ ਜਿਸ ਪਰਮੇਸ਼ਰ ਦੀ ਸਭ ਨੂੰ ਸੱਤਾ ਦਿੱਤੀ ਹੋਈ ਸਭ ਦਿਸ ਰਹਿਆ, ਜੋ ਵੀ ਹੈ ਜਿਹਦੇ ਵਿੱਚ ਪਰਮੇਸ਼ਰ ਦੀ ਸੱਤਾ ਹੈ। ਜੇ ਪੰਡਿਤ ਪਠ ਵਿਦਿਆ ਕਨੀ, ਤਾਂ ਮਹਾਰਾਜ ਕਹਿੰਦੇ ਜਿਨ੍ਹਾਂ ਪੰਡਤਾਂ ਨੇ ਕੋਈ ਬਹੁਤੀ ਵਿਦਿਆ ਦੇ ਗੂੜ ਗਿਆਨ ਦੇ ਗ੍ਰੰਥ ਪੜ੍ਹ ਕੇ ਬੜੀ ਵਿਦਿਆ ਪੜ੍ਹ ਲਈ, ਵਿਦਵਾਨ ਬਣ ਗਏ ਹੰਕਾਰੀ। ਗਿਆਨ ਬਿਹੂਨੇ ਮੁਖ ਤੇ ਭਨੀ, ਵੀ ਗਿਆਨ ਤਾਂ ਬਹੁਤ ਹੋ ਗਿਆ ਪਰ ਬ੍ਰਹਮ ਗਿਆਨ ਨਹੀਂ ਹੋਇਆ। ਬ੍ਰਹਮ ਗਿਆਨ ਤੋਂ ਹੀਣੇ ਹੀ ਰਹਿ ਗਏ ਤੇ ਮੁੱਖੋਂ ਸਦਾ ਬਸ ਆਪਦੀ ਸੋਭਾ ਤੇ ਹੰਕਾਰ ਦੀਆਂ ਗੱਲਾਂ ਕਰਦੇ ਆ। ਸਰਗੁਣ ਪੂਜਾ ਤਰਹਿ ਵਿਸ਼ੇਖ, ਤੇ ਮੁੱਖੋਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਸਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ, ਰਾਮਚੰਦਰ ਨੂੰ ਪੂਜੋ ਜੀ, ਕ੍ਰਿਸ਼ਨ ਨੂੰ ਪੂਜੋ, ਜਾਂ ਇਸ ਤਰ੍ਹਾਂ ਵੀ ਕੇਵਲ ਤੇ ਕੇਵਲ ਸਰਗੁਣ ਦੀ ਪੂਜਾ ਵਾਲੇ ਪਾਸੇ ਲਾਉਂਦੇ ਹਨ। ਸੰਤਨ ਸੰਗ ਕਮਾਵਤ ਦਵੈਖੋ, ਤੇ ਬਾਬਾ ਨਾਮਦੇਵ ਜੀ ਵਰਗੇ ਸੰਤਾਂ ਮਹਾਂਪੁਰਖਾਂ ਦੇ ਨਾਲ ਵੈਰ ਕਮਾਉਂਦੇ ਆ। ਵੀ ਇੱਕ ਪਾਸੇ ਤਾਂ ਕਹਿੰਦੇ ਵੀ ਹੇ ਰਾਮ ਰਮਿਆ ਹੋਇਆ, ਤੇ ਦੂਜੇ ਪਾਸੇ ਮੰਦਿਰ ਵਿੱਚੋਂ ਨਾਮਦੇਵ ਵਰਗੇ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਜਾਂਦਾ। ਕੀ ਨਾਮਦੇਵ ਦੇ ਹਿਰਦੇ ਵਿੱਚ ਰਾਮ ਨਹੀਂ ਹੈ? ਵੀ ਇਹੋ ਜਿਹੇ ਮਾਰੇ ਕਹਿੰਦੇ ਜਿਹੜੇ ਪਖੰਡੀ ਲੋਕ ਹੈ, ਜਿਨ੍ਹਾਂ ਨੇ ਸਰਗੁਣ ਤੇ ਨਿਰਗੁਣ ਦਾ ਧੜਾ ਬਣਾਇਆ ਹੈ, ਤੇ ਕਹਿੰਦੇ ਆ ਵੀ ਸਰਗੁਣ ਦੀ ਪੂਜਾ ਕਰਨੀ ਚਾਹੀਦੀ ਹੈ। ਕਹਿਓ ਸ਼ਬਦ ਤਿੰਨ ਕੇ ਪਰਥਾਏ, ਬਾਬਾ ਨਾਮਦੇਵ ਜੀਆਂ ਉਹਨਾਂ ਪਾਂਡਿਆਂ ਉਹਨਾਂ ਬ੍ਰਾਹਮਣਾਂ ਦੇ ਤਾਂ ਹੀ ਇਹ ਸ਼ਬਦ ਕੀਤੇ ਹੋਏ ਆ ਵੀ ਪਾਂਡੇ ਤੁਮਰਾ ਰਾਮਚੰਦ ਸੋ ਪਿਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋ ਇਹ ਗਵਾਈ ਥੀ। ਉਹ ਕਹਿੰਦੇ ਰਾਮਚੰਦਰ ਨੂੰ ਪੂਜੋ, ਤੇ ਬਾਬਾ ਨਾਮਦੇਵ ਜੀ ਕਹਿੰਦੇ ਉਹ ਰਾਮ ਸਾਡੇ ਹਿਰਦੇ ਵਿੱਚ ਹੈ।
ਫਿਰ ਵੀ ਧੱਕੇ ਮਾਰ ਕੇ ਬਾਹਰ ਕੱਢ ਦਿਓ। ਉਹ ਰਾਮਚੰਦਰ ਦੀ ਗੱਲ ਕਰਦੇ ਹੋ ਜਦੋਂ ਰਾਵਣ ਦੇ ਨਾਲ ਝਗੜਾ ਹੋਇਆ ਤੇ ਆਪਣੀ ਪਤਨੀ ਵੀ ਖੁਹਾ ਬੈਠਾ। ਇਸ ਤਰ੍ਹਾਂ ਬਾਬਾ ਨਾਮਦੇਵ ਜੀ ਤਰਕ ਦੇ ਰੂਪ ਵਿੱਚ ਉਹਨਾਂ ਬ੍ਰਾਹਮਣਾਂ ਨੂੰ ਇਹ ਸੁਣਾਉਣਾ ਕੀਤਾ ਹੈ। ਸਗੁਣ ਨਿਗੁਣ ਜੇ ਪੱਖ ਬੰਧਾਏ, ਜਿਨ੍ਹਾਂ ਪਾਂਡਿਆਂ ਬ੍ਰਾਹਮਣਾਂ ਨੇ ਨਿਰਗੁਣ ਤੇ ਸਰਗੁਣ ਦੇ ਧੜੇ ਪੈਦਾ ਕੀਤੇ ਹੋਏ ਇੱਕ ਪਰਮੇਸ਼ਰ ਨੂੰ ਬਹੁਤੇ ਥਾਈਂ ਵੰਡਿਆ ਹੋਇਆ ਹੈ। ਧਰਮ ਸਰੀਰ ਧਰਨ ਕੋ ਇਹੀ, ਕਿਉਂਕਿ ਸਰੀਰ ਧਾਰਨ ਕਰਨ ਦਾ ਧਰਮ ਤਾਂ ਕੇਵਲ ਤੇ ਕੇਵਲ ਇਹੀ ਹੈ। ਦੁੱਖ ਸੁਖ ਪ੍ਰਾਪਤ ਹੋਣ ਅਛੇ ਹੀ, ਜਿਵੇਂ ਦਿਨ ਹੈ ਤੇ ਰਾਤ ਹੈ, ਰਾਤ ਹੈ ਤੇ ਦਿਨ ਹੈ। ਸਰੀਰ ਦਾ ਧਰਮ ਇਹ ਹੀ ਆ ਭਾਈ, ਸਰੀਰ ਕਦੀ ਦੁਖੀ ਵੀ ਹੋਵੇਗਾ ਕਦੀ ਸੁਖੀ ਵੀ ਹੋਵੇਗਾ। ਗਿਆਨੀ ਤਨ ਕੋ ਝੂਠ ਲਖੰਤੇ, ਪਰ ਜਿਹੜੇ ਗਿਆਨਵਾਨ ਲੋਕ ਆ ਉਹ ਇਸ ਸਰੀਰ ਨੂੰ ਝੂਠਾ ਜਾਣਦੇ ਹਨ, ਨਾਸ਼ਵੰਤ ਜਾਣਦੇ ਆ। ਦੇਹ ਸਮ ਦੁਖ ਸੁਖ ਕੂਰ ਜਨੰਤੇ, ਤੇ ਉਹ ਜਿਵੇਂ ਸਰੀਰ ਝੂਠਾ ਹੈ ਉਸ ਤਰ੍ਹਾਂ ਦੁੱਖ ਤੇ ਸੁੱਖ ਨੂੰ ਵੀ ਝੂਠਾ ਗਿਣਦੇ ਹਨ। ਇੱਕ ਉਪਾਸ ਕੀ ਲੱਖ ਕੇ ਹੋਏ, ਤੇ ਉਹ ਮਹਾਰਾਜ ਕਹਿੰਦੇ ਵੀ ਜਿਹੜੇ ਇਹੋ ਜਿਹੇ ਗਿਆਨਵਾਨ ਪੁਰਖਾਂ ਨੂੰ ਤਾਂ ਲੱਖ ਦੇ ਉਪਾਸ਼ਕੀ ਹੁੰਦੇ, ਭਾਵ ਉਸ ਅਕਾਲ ਪੁਰਖ ਬ੍ਰਹਮ ਪਰਮੇਸ਼ਰ ਨਿਰਗੁਣ ਸਰੂਪ ਦੇ ਉਪਾਸਨਾ ਕਰਦੇ ਹਨ। ਵਾਚ ਉਪਾਸਕ ਲਖੀਅਤ ਕੋ, ਤੇ ਕੋਈ ਇਹੋ ਜਿਹੇ ਜਿਹੜੇ ਵਾਚ ਉਪਾਸਕ ਨੇ, ਭਾਵ ਜਿਵੇਂ ਮੂਰਤੀ ਦੀ ਪੂਜਾ ਕਰਨੀ, ਅਵਤਾਰਾਂ ਨੂੰ ਮੰਨਣਾ, ਤੇ ਜਾਂ ਜਿਹੜੀ ਹੈ ਸਖਸ਼ੀ ਪੂਜਾ ਕਰਨੀ ਜਾਂ ਦੇਹ ਦੀ ਪੂਜਾ ਕਰਨੀ। ਕਈ ਮਹਾਰਾਜ ਕਹਿੰਦੇ ਆ ਵੀ ਇਹੋ ਜਿਹੇ ਵੀ ਹੁੰਦੇ ਆ। ਜਿਨ੍ਹਾਂ ਲੱਖ ਕੀ ਕੀਨ ਉਪਾਸਨ, ਪਰ ਜਿਨ੍ਹਾਂ ਨੇ ਉਸ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ, ਇੱਕ ਸਮ ਸੱਤਾ ਸਭ ਮਹਿ ਭਾਸਨ, ਉਹ ਸਾਰੇ ਸੰਸਾਰ ਨੂੰ ਇੱਕੋ ਨਜ਼ਰ ਨਾਲ ਵੇਖਦੇ ਆ। ਫਿਰ ਸਾਰੇ ਸੰਸਾਰ ਵਿੱਚ ਪਰਮੇਸ਼ਰ ਦਿਸਦਾ ਹੈ। ਰਮਿਓ ਅਕਾਲ ਪੁਰਖ ਸਭ ਮਾਹੀ, ਉਹ ਜਾਣਦੇ ਆ ਵੀ ਅਕਾਲ ਪੁਰਖ ਤਾਂ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਸੋ ਕਿਹ ਸੰਗ ਬੈਰ ਧਰ ਨਾਹੀ, ਪਰਮੇਸ਼ਰ ਨਹੀਂ ਕਿਸੇ ਨਾਲ ਵੈਰ ਕਰਦਾ, ਪਰਮੇਸ਼ਰ ਤਾਂ ਸਭ ਨੂੰ ਪ੍ਰੇਮ ਕਰਦਾ, ਉਹ ਨਿਰਵੈਰ ਹੈ। ਵਾਚ ਉਪਾਸਕ ਜੇ ਨਰ ਅਹੈ, ਪਰ ਜਿਹੜੇ ਵਾਚ ਉਪਾਸਕ ਆ ਨਾ, ਜਿਹੜੇ ਆਪਦੇ ਇਸ਼ਟ ਬਣਾ ਕੇ ਜਾਂ ਆਪਦੇ ਇਕੱਲੇ ਜਿਹੜੇ ਵੈ ਮੂਰਤੀ ਜਾਂ ਕਿਸੇ ਇੱਕ ਦੀ ਉਪਾਸਨਾ ਕਰਕੇ ਦੂਜੇ ਦਾ ਮੰਡਨ ਕਰਦੇ ਆ। ਸਿਮਰਹਿ ਕ੍ਰਿਸ਼ਨ ਰਾਮ ਘਟ ਕਹੈ, ਉਹ ਜਿਹੜੇ ਸਿਮਰਨ ਕਰਦੇ ਆ ਕ੍ਰਿਸ਼ਨ ਦਾ, ਉਹ ਰਾਮ ਘਟ ਕਹੈ, ਉਹ ਰਾਮਚੰਦਰ ਨੂੰ ਨਹੀਂ ਮੰਨਦੇ। ਮਾਰੇ ਕਹਿੰਦੇ ਭਾਈ ਜਿਹੜੇ ਸਿਮਰਨ ਕਰਦੇ ਆ ਕ੍ਰਿਸ਼ਨ ਦਾ, ਉਹ ਹਾਲਾਂਕਿ ਕ੍ਰਿਸ਼ਨ ਤੇ ਰਾਮਚੰਦਰ ਵਿਸ਼ਨੂੰ ਦੇ ਅਵਤਾਰ ਹੈ, ਪਰ ਰਾਮਚੰਦਰ ਨੂੰ ਮੰਨਦੇ ਨਹੀਂ ਹੈ। ਰਾਮ ਉਪਾਸਨ ਕਰਣੈ ਹਾਰੇ, ਤੇ ਜਿਹੜੇ ਰਾਮਚੰਦਰ ਦੀ ਉਪਾਸਨਾ ਕਰਨ ਵਾਲੇ ਲੋਕ ਹਨ, ਕ੍ਰਿਸ਼ਨ ਬਿਖੈ ਸੋ ਦੋਸ਼ ਉਚਾਰੇ, ਉਹ ਕ੍ਰਿਸ਼ਨ 'ਚ ਦੋਸ਼ ਕੱਢੀ ਜਾਂਦੇ ਆ ਵੀ ਰਾਮਚੰਦਰ ਤਾਂ ਜੀ ਮਰਿਆਦਾ ਪੁਰਸ਼ੋਤਮ ਸੀ ਤੇ ਕ੍ਰਿਸ਼ਨ ਭਗਵਾਨ ਨੇ ਕੋਈ ਮਰਿਆਦਾ ਨਹੀਂ ਰਹਿਣ ਦਿੱਤੀ। ਸੰਸਾਰ ਦੀ 16,008 ਗੋਪੀ ਰੱਖੀ, ਇਸ ਤੋਂ ਇਲਾਵਾ ਹੋਰ ਕੋਈ ਮਰਿਆਦਾ ਨਹੀਂ ਛੱਡੀ। ਕ੍ਰਿਸ਼ਨ ਭਗਵਾਨ ਨੇ ਸੰਸਾਰ ਦੀ ਸਾਰੀ ਮਰਿਆਦਾ ਜਿਹੜੀ ਵਿਗਾੜੀ ਹੈ। ਤੇ ਜਿਹੜੇ ਰਾਮ ਨੂੰ ਮੰਨਣ ਵਾਲੇ ਕਹਿੰਦੇ ਜੀ ਰਾਮਚੰਦਰ ਤਾਂ ਮਰਿਆਦਾ ਪੁਰਸ਼ੋਤਮ ਹੈ, ਤੇ ਜਿਹੜੇ ਕ੍ਰਿਸ਼ਨ ਨੂੰ ਮੰਨਣ ਵਾਲੇ ਆ ਉਹ ਕਹਿੰਦੇ ਵੇਖਿਆ ਤੁਹਾਡਾ ਰਾਮਚੰਦਰ ਜਦੋਂ ਰਾਵਣ ਨਾਲ ਝਗੜਾ ਹੋਇਆ, ਇੱਕ ਉਹ ਆਪਣੀ ਇਸਤਰੀ ਪਿੱਛੇ ਝਗੜਾ ਕਰਦਾ ਰਿਹਾ, ਸਾਰੇ ਕਿੰਨੀ ਫੌਜ ਮਰੀ, ਕੀ ਕੁਝ ਹੋਇਆ, ਸਿਰਫ ਇਸਤਰੀ ਵਾਸਤੇ, ਜ਼ਰ ਜ਼ੋਰੂ ਦਾ ਜਾਂ ਜ਼ੋਰੂ ਜ਼ਮੀਨ ਦਾ ਰੌਲੇ ਪਿੱਛੇ, ਕੋਈ ਧਰਮ ਦਾ ਯੁੱਧ ਨਹੀਂ ਹੈ। ਉਹ ਇਸ ਤਰ੍ਹਾਂ ਦੋਸ਼ ਉਚਾਰਦੇ ਵੀ ਕ੍ਰਿਸ਼ਨ ਨੂੰ ਮੰਨਣ ਵਾਲੇ ਰਾਮਚੰਦਰ 'ਚ ਦੋਸ਼ ਕੱਢਦੇ ਆ ਤੇ ਰਾਮਚੰਦਰ ਨੂੰ ਮੰਨਣ ਵਾਲੇ ਕ੍ਰਿਸ਼ਨ ਵਿੱਚ ਦੋਸ਼ ਕੱਢਦੇ ਆ। ਮਹਾਰਾਜ ਕਹਿੰਦੇ ਭਾਈ ਜਿਹੜਾ ਅਕਾਲ ਪੁਰਖ ਨੂੰ ਮੰਨਦਾ ਹੈ ਉਹਦੇ ਵਾਸਤੇ ਸਾਰੇ ਇੱਕੋ ਜਿਹੇ ਆ, ਉਹ ਸਾਰਿਆਂ ਵਿੱਚ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਦੇਖਦਾ ਹੈ। ਇਤੇ ਆਦਿਕ ਬਹੁ ਤਰਕ ਉਠਾਵੈ, ਇਸ ਤੋਂ ਆਦਿਕ ਹੋਰ ਬੜੇ ਤਰਕ ਇੱਕ ਦੂਜੇ ਤੇ ਉਠਾਉਂਦੇ ਹਨ, ਕੱਢਦੇ ਹਨ। ਲੱਖ ਰੂਪ ਕੋ ਭੇਦ ਨ ਪਾਵੈ, ਪਰ ਉਹ ਮੂਰਖੇ ਭੇਦ ਨਹੀਂ ਪ੍ਰਾਪਤ ਕਰ ਸਕਦੇ ਵੀ ਕ੍ਰਿਸ਼ਨ ਤੇ ਰਾਮਚੰਦਰ ਨੂੰ ਭੇਜਣ ਵਾਲਾ ਕੌਣ ਹੈ। ਉਹਨਾਂ ਦੋਹਾਂ ਦੇ ਵਿੱਚ ਸੱਤਾ ਕਿਹਦੀ, ਉਹ ਇੱਕ ਅਕਾਲ ਪੁਰਖ ਦੀ ਹੈ, ਪਰ ਉਸ ਨੂੰ ਕੋਈ ਮੰਨਦਾ ਨਹੀਂ ਹੈ। ਜਾਂ ਤੇ ਲੱਖ ਉਪਾਸਕ ਬਨਹਾ, ਇਸ ਕਰਕੇ ਮਹਾਰਾਜ ਕਹਿੰਦੇ ਭਾਈ ਬਾਬਾ ਨਾਮਦੇਵ ਜੀ ਆ, ਇਹ ਜਿਹੜਾ ਹੈ ਨਾ ਸਰਾਵਣ ਸੇਤੀ ਸਰਬਰ ਹੋਈ, ਜਿੱਥੇ ਅਵਤਾਰ ਦਾ ਖੰਡਨ ਕੀਤਾ, ਉਹ ਸ਼ਬਦ ਉਹਨਾਂ ਵਾਸਤੇ ਜਿਨ੍ਹਾਂ ਨੇ ਸਰਗੁਣ ਦੀ ਉਪਾਸਨਾ ਵਾਸਤੇ ਧੜੇ ਬੱਧੇ ਹੋਏ ਆ ਪਰਮੇਸ਼ਰ ਨੂੰ ਮੰਨਣ ਤੋਂ ਬਿਨਾਂ। ਤੇ ਜਿੱਥੇ ਜਸਰਥ ਰਾਏ ਨੰਦ ਰਾਜਾ ਮੇਰਾ ਰਾਮਚੰਦ ਪ੍ਰਣਵੈ ਨਾਮਾ ਤਤ ਰਸ ਅੰਮ੍ਰਿਤ ਪੀਜੈ, ਉਹ ਰਮੇ ਹੋਏ ਰਾਮ ਅਕਾਲ ਪੁਰਖ ਪਰਮੇਸ਼ਰ ਜਿਹੜਾ, ਉਹ ਜਿਹੜਾ ਰਾਮਚੰਦਰ ਦੇ ਵਿੱਚ ਵੀ ਓਨਾ ਹੈ,
ਫਿਰ ਇੱਥੇ ਖਾਲਸਾ ਜੀ ਫਿਰ ਬਾਬਾ ਨਾਮਦੇਵ ਜੀ ਦਾ ਉਹ ਸ਼ਬਦ ਦੇ ਸਿਧਾਂਤ ਨਾਲ ਇਸ ਸ਼ਬਦ ਦੇ ਅਰਥ ਹੁੰਦੇ ਆ। ਬਾਬਾ ਨਾਮਦੇਵ ਜੀ ਦਾ ਸ਼ਬਦ ਹੈ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ, ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ, ਏਕਲ ਚਿੰਤਾ ਰਾਖ ਅਨੰਤਾ ਔਰ ਤਰਹੁ ਸਭ ਆਸਾ ਰੇ, ਪ੍ਰਣਵੇ ਨਾਮਾ ਭੈ ਨਿਹ ਕਾਮਾ, ਕੋ ਠਾਕੁਰ ਕੋ ਦਾਸਾ ਰੇ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ। ਉਹ ਰਮਿਆ ਹੋਇਆ ਰਾਮ ਭਾਈ ਸਾਰੇ ਪਾਸੇ ਵਸਿਆ ਹੋਇਆ ਹੈ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਗੁਰਮੁਖੋ, ਇਹ ਸ਼ੰਕਾ ਜਿਹੜਾ ਤੁਹਾਡਾ ਉਠਾਇਆ ਹੈ ਉਹ ਇਸ ਪ੍ਰਕਾਰ ਉਹਦੀ ਨਿਵਰਤੀ ਹੈ। ਭਾਈ ਸਰਗੁਣ ਦੀ ਪੂਜਾ ਛੱਡ ਕੇ ਉਸ ਨਿਰਗੁਣ ਇੱਕ ਅਕਾਲ ਪੁਰਖ ਦੇ ਉਪਾਸ਼ਕ ਹੋਣਾ ਚਾਹੀਦਾ ਹੈ। ਹੋਏ ਨਿਰਵੈਰ ਵਿਕਾਰਣ ਹਨਹਾ, ਤੇ ਨਿਰਵੈਰ ਹੋ ਜੋ, ਕਿਸੇ ਨਾਲ ਵੈਰ ਨਹੀਂ ਕਰਨਾ, ਤੇ ਆਪਣੇ ਸਾਰੇ ਜਿਹੜੇ ਹੈ ਉਹ ਸ਼ੰਕੇ ਜਾਂ ਜਿਹੜੇ ਵਿਕਾਰ ਵਿਸ਼ੇ ਹੈ ਉਹ ਸਾਰੇ ਭਾਈ ਛੱਡ ਦੇਣੇ ਚਾਹੀਦੇ ਹਨ। ਸੁਣ ਸਤਿਗੁਰ ਤੇ ਸੰਸੈ ਖੋਏ, ਇਸ ਤਰ੍ਹਾਂ ਇਹਨਾਂ ਦੋਹਾਂ ਨੇ ਸਤਿਗੁਰਾਂ ਤੋਂ ਸਿੱਖਿਆ ਪ੍ਰਾਪਤ ਕੀਤੀ, ਮਨ ਦਾ ਸ਼ੰਕਾ ਦੂਰ ਕੀਤਾ ਹੈ। ਲਖਿਓ ਸਰੂਪ ਆਪਣ ਜੋਏ, ਤੇ ਆਪਣਾ ਜਿਹੜਾ ਵਾਸਤਵ ਸਰੂਪ ਹੈ ਉਹ ਪਾਤਸ਼ਾਹ ਤੋਂ ਜਾਣਿਆ ਵੀ ਅਸੀਂ ਜੀਵ ਨਹੀਂ ਹਾਂ, ਅਸੀਂ ਤਾਂ ਜੀਵ ਦੇ ਵਿੱਚ ਜਿਹੜੀ ਅੰਸ਼ ਸਾਡੇ ਵਿੱਚ ਹੈ ਉਹ ਪਰਮੇਸ਼ਰ ਦੇ, ਅਸੀਂ ਤਾਂ ਉਸੇ ਦਾ ਹੀ ਰੂਪ ਹਾਂ ਭਾਈ, ਇਹ ਜਾਣਿਆ। ਤੇ ਸਾਰੇ ਸੰਸਾਰ ਨੂੰ ਇਹ ਇੱਕ ਪਰਮੇਸ਼ਰ ਦੀ ਨਜ਼ਰ ਵੇਖਦੇ ਵੀ ਸਾਰਾ ਸੰਸਾਰ ਹੀ ਪਰਮੇਸ਼ਰ ਹੈ। ਤੋਂ ਖਾਲਸਾ ਜੀ ਮਹਾਰਾਜ ਨੇ ਇਹ ਦਰਸਾਇਆ ਇੱਥੇ ਇਤਿਹਾਸ ਦੁਆਰਾ ਵੀ ਜਿਹੜਾ ਪਰਮੇਸ਼ਰ ਨੂੰ ਮੰਨਦਾ ਹੈ ਨਾ ਉਸ ਅਕਾਲ ਪੁਰਖ ਨੂੰ, ਉਹਨੂੰ ਸਾਰਿਆਂ ਵਿੱਚ ਹੀ ਪਰਮੇਸ਼ਰ ਦਿਸ ਰਿਹਾ। ਤੇ ਜਿਹੜੇ ਧੜੇ ਬਣਾ ਲੈਂਦੇ ਆ ਵੀ ਨਹੀਂ ਆ ਜਿਹੜਾ ਹੈ ਇਹ ਮੇਰਾ ਰੱਬ ਹੈ, ਆ ਤੇਰਾ ਰੱਬ ਹੈ, ਦੂਜੇ ਦਾ ਤੀਜੇ ਦਾ, ਨਹੀਂ, ਉਹ ਪਰਮੇਸ਼ਰ ਜਿਹੜਾ ਹੈ ਉਹ ਇੱਕ ਹੈ। ਅਵਲ ਅੱਲ੍ਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਾਂ ਤੇ ਲੱਖ ਉਪਾਸਕ ਬਣਹਾ, ਹੋਏ ਨਿਰਵੈਰ ਵਿਕਾਰਣ ਹਨਹਾ, ਸੁਣ ਸਤਿਗੁਰ ਤੇ ਸੰਸੈ ਖੋਏ, ਲਖਿਓ ਸਰੂਪ ਆਪਣੋ ਜੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ, ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਨਿਧਾਰਾ, ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ ਰਾਖਾ ਰਾਖਾ ਹੀਐ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਣਹੁ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਸਦਾ ਕਰਹਿ ਕਲਿਆਣ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।